प्रभु के वचन दे विच आपां अगे वधीए। खुदावंद तेनों भैन मेरी बरकत दिंदा रहे और तेनों अपने विच बना के रखे। असीं पहला सैमुअल उसे 7वें भाव दे विच जावांगे जिसनों असीं पढ़ लिया कल, और 7वें भाव दे विच बड़ियां प्यारियां चीज़ां असीं कल देखियां कि राजा दाऊद ने प्रभु ने शांति दिती, सारे वैरियां तो शांति दिती, जित्तां दित्तियां, अपनी हजूरी दिती, और उसनूं एक तो बाद दूजी जित दिंदा जा रहा, और प्रभु की बरकत उस दे नाल। और अगर असीं जिस वेले इहदे एंड दे विच जबूर दे इहदे एंड दे विच अगर तुसीं लिखना मंगदे आ ते इत्थे 3 जबूर आउंदे आ, भजन 2, भजन 110 ते भजन 16। असीं इन्हां भजनां नूं पढ़ांगे और उस तो बाद असीं फिर 8वां चैप्टर देखांगे। सो जिस नूं मिल जाए वो जबूर भजन 2 पढ़ दे। मैं पढ़ देना पास्टर जी। हाँ जी। सफा हैगा 827। परमेश्वर दा चुनिया राजा। कौमां क्यों जोश विच आईयां हन, लोक क्यों एवें बिਉਂਤਾਂ बना रहे ਹਨ। प्रभु ਅਤੇ ਉਸ ਦੇ ਚੁਣੇ ਰਾਜਾ ਦੇ ਵਿਰੁੱਧ ਧਰਤੀ ਦੇ ਰਾਜ ਉੱਠੇ ਹਨ। ਸ਼ਾਸਕ ਲੋਕ ਮਿਲ ਕੇ ਸਲਾਹਾਂ ਕਰ ਰਹੇ ਹਨ। ਉਹ ਕਹਿੰਦੇ ਹਨ ਆਓ ਉਹਨਾਂ ਦੇ ਬੰਧਨ ਤੋੜ ਦਈਏ, ਆਓ ਉਹਨਾਂ ਦਾ ਅਧਿਕਾਰ ਆਪਣੇ ਉੱਤੋਂ ਖਤਮ ਕਰ ਦਈਏ। ਪਰ ਜੋ ਸਵਰਗ ਵਿੱਚ ਬਿਰਾਜਮਾਨ ਹੈ ਉਹ ਉਹਨਾਂ ਉੱਤੇ ਹੱਸਦਾ ਹੈ, ਉਹ ਉਹਨਾਂ ਦਾ ਮਖੌਲ ਉਡਾਉਂਦਾ ਹੈ। ਉਹ ਗੁੱਸੇ ਵਿੱਚ ਉਹਨਾਂ ਨਾਲ ਬੋਲੇਗਾ, ਉਹ ਆਪਣੇ ਕ੍ਰੋਧ ਨਾਲ ਉਹਨਾਂ ਨੂੰ ਝਿੜਕੇਗਾ। ਉਹ ਉਹਨਾਂ ਨੂੰ ਕਹੇਗਾ ਮੈਂ ਆਪਣੇ ਪਵਿੱਤਰ ਪਹਾੜ ਸਿਯੋਨ ਉੱਤੇ ਆਪਣੇ ਰਾਜਾ ਨੂੰ ਬਿਰਾਜਮਾਨ ਕਰ ਦਿੱਤਾ ਹੈ। ਮੈਂ ਪ੍ਰਭੂ ਦਾ ਫੈਸਲਾ ਸੁਣਾਵਾਂਗਾ। ਉਸਨੇ ਮੈਨੂੰ ਕਿਹਾ ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਅੱਜ ਜਨਮ ਦਿੱਤਾ ਹੈ। ਤੂੰ ਮੈਥੋਂ ਮੰਗ, ਮੈਂ ਸਭ ਕੌਮਾਂ ਤੈਨੂੰ ਵਿਰਸੇ ਵਿੱਚ ਦੇਵਾਂਗਾ। ਮੈਂ ਸਭ ਧਰਤੀ ਤੇਰੇ ਅਧਿਕਾਰ ਵਿੱਚ ਦੇਵਾਂਗਾ। ਤੂੰ ਉਹਨਾਂ ਨੂੰ ਲੋਹੇ ਦੇ ਡੰਡੇ ਨਾਲ ਭੰਨ ਸੁੱਟੇਗਾ। ਤੂੰ ਉਹਨਾਂ ਨੂੰ ਕੁਮਾਰ ਦੇ ਕੱਚੇ ਭਾਂਡੇ ਵਾਂਗ ਤੋੜੇਗਾ। ਇਸ ਲਈ ਹੇ ਰਾਜਿਓ, ਤੁਸੀਂ ਬੁੱਧੀਮਾਨ ਬਣੋ। ਹੇ ਧਰਤੀ ਦੇ ਰੱਖਿਅਕੋ, ਤੁਸੀਂ ਸਮਝਦਾਰ ਬਣੋ। ਪ੍ਰਭੂ ਦੀ ਸੇਵਾ ਡਰਦੇ ਹੋਏ ਕਰੋ, ਕੰਬਦੇ ਹੋਏ ਆਨੰਦਿਤ ਹੋਵੋ। ਪੁੱਤਰ ਨੂੰ ਚੁੰਮੋ, ਨਹੀਂ ਤਾਂ ਉਹ ਕ੍ਰੋਧਿਤ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਨਾਸ਼ ਹੋ ਸਕਦੇ ਹੋ, ਕਿਉਂਕਿ ਉਸ ਦਾ ਕ੍ਰੋਧ ਛੇਤੀ ਹੀ ਭੜਕ ਉੱਠਦਾ ਹੈ। ਉਹ ਲੋਕ ਖੁਸ਼ ਰਹਿੰਦੇ ਹਨ ਜੋ ਆਪਣਾ ਭਰੋਸਾ ਉਸ ਤੇ ਰੱਖਦੇ ਹਨ। ਅੰਮ੍ਰਿਤ ਵੇਲੇ ਦੀ ਪ੍ਰਾਰਥਨਾ। ਬਸ ਇੱਥੇ ਤੱਕ ਉਹ ਤੀਸਰਾ ਜਬੂਰ ਉੱਥੋਂ ਸ਼ੁਰੂ ਹੋ ਜਾਂਦਾ। ਠੀਕ ਆ ਜੀ, ਸਾਰਿਆਂ ਨੂੰ ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਦੇਖੋ ਇਸ ਜਬੂਰ ਨੂੰ ਆਪਾਂ ਸਮਝਣ ਦੇ ਲਈ ਕਈ ਕੁਛ ਕੀਤੇ, ਕਈ ਕਿੰਨੀਆਂ ਚੀਜ਼ਾਂ ਕਰਦੇ ਹੁੰਦੇ ਸੀ। ਲੈ ਹੁਣ ਜਬੂਰ ਬਿਲਕੁਲ ਸਹੀ ਜਗ੍ਹਾ ਤੇ ਫਿੱਟ ਹੋਇਆ ਤਾਂ ਦੇਖੋ ਕਿੱਦਾਂ ਫਿੱਟ ਹੁੰਦਾ ਪਿਆ। ਰਾਜੇ ਜਿਹੜੇ ਆ ਉਹ ਆਲੇ ਦੁਆਲੇ ਦੇ ਕੀ ਕਿੰਨਾ ਅਮੋਨੀਆ ਦਾ ਰਾਜਾ ਤੇ ਕੀ ਜਿਹੜੇ ਹੈਗੇ ਆ ਦੂਸਰੇ ਅਦੋਮੀ ਤੇ ਕੀ ਬਾਕੀ ਦੇ ਰਾਜੇ ਆ, ਉਹ ਸਾਰੇ ਇਹ ਮੰਗਦੇ ਆ। ਉਹਨਾਂ ਨੂੰ ਇਹ ਹੈਗਾ ਕਿ ਇਹ ਰਾਜਾ ਕਿੱਦਾਂ ਬਣ ਗਿਆ, ਖਾਸ ਕਰਕੇ ਫਿਲਸਤੀਆਂ ਨੂੰ ਇਹ ਰਾਜਾ ਕਿੱਦਾਂ ਬਣ ਗਿਆ। ਅਸੀਂ ਤਾਂ ਇਹਦੇ ਇਹ ਤਾਂ ਸਾਡੇ ਇੱਥੇ ਰਹਿੰਦਾ ਹੁੰਦਾ ਸੀਗਾ, ਇਹ ਤਾਂ ਮੇਰਾ ਗੱਥ ਦਾ ਰਾਜਾ ਕਹਿੰਦਾ ਵੀ ਇਹ ਤਾਂ ਮੇਰਾ ਅੰਗ ਰੱਖਿਅਕ ਸੀਗਾ, ਇਹ ਰਾਜਾ ਬਣ ਗਿਆ, ਇਸ ਨੂੰ ਫੜ ਲਓ, ਕੈਦ ਕਰ ਲਓ। ਪ੍ਰਭੂ ਨੇ ਉਹਨਾਂ ਨੂੰ ਐਸੀ ਹਾਰ ਦਿੱਤੀ ਕਿ ਉਹ ਉਹਨਾਂ ਦੇ ਵਿੱਚ ਅਸੀਂ ਉਹ ਹਿੱਸਾ ਪੜਾਂਗੇ ਜਿਹੜਾ ਹਾਰ ਵਾਲਾ ਹਿੱਸਾ ਉਹਨਾਂ ਦਾ ਦੁਆਰਾ ਪੜਾਂਗੇ। ਔਰ ਪ੍ਰਭੂ ਉਸਨੂੰ ਕਹਿ ਰਿਹਾ, ਕਹਿੰਦਾ ਉਹ ਪ੍ਰਭੂ ਨੂੰ ਕਹਿ ਰਿਹਾ, ਖੁਸ਼ੀ ਦਾ ਜਬੂਰ ਹੈ, ਕਹਿੰਦਾ ਉਸਨੇ ਆਪਣੇ ਰਾਜਾ ਨੂੰ ਕਿੱਥੇ ਦੇਖੋ ਕੀਤਾ, ਸਿਯੋਨ ਦੇ ਪਹਾੜ ਦੇ ਉੱਤੇ ਉਸਨੇ ਉਸਨੂੰ ਸਥਾਪਿਤ। ਐਂਡ ਐਬਸੋਲੂਟਲੀ ਇਹ ਜਬੂਰ ਪ੍ਰਭੂ ਯਿਸੂ ਮਸੀਹ ਤੇ ਵੀ ਲੱਗਦਾ, ਇਹ ਜਾ ਕੇ ਸੰਪੂਰਨ ਪ੍ਰਭੂ ਯਿਸੂ ਮਸੀਹ ਤੇ ਹੁੰਦਾ। ਲੇਕਿਨ ਦੇਖੋ ਦਾਊਦ ਤੇ ਵੀ ਕਿੱਦਾਂ ਫਿੱਟ ਹੁੰਦਾ ਪਿਆ ਇਹ ਜਬੂਰ, ਕਿ ਇਹਨੂੰ ਖੋਲਣ ਦੀ ਲੋੜ ਹੀ ਕੋਈ ਨਹੀਂ, ਇਹ ਆਪਣੇ ਆਪ ਹੀ ਖੁੱਲ ਗਿਆ। ਔਰ ਇਹ ਹੈ ਪ੍ਰਭੂ ਦੇ ਵਚਨ ਦਾ ਕਮਾਲ
जिसलिए असीं वचन नूं ਉਹਦੇ सही जगह ते रख के वचन दे नाल वचन नूं खोलदे हां। ਇਹ ਆਪੇ ਹੀ ਖੋਲਦਾ ਜਾਂਦਾ। ਬਾਈਬਲ ਦੀ ਸਭ ਤੋਂ ਵਧੀਆ ਕਮੈਂਟਰੀ ਬਾਈਬਲ ਆਪ ਔਰ ਇਸ ਕਰਕੇ ਜਿਹੜੀ ਸਟੱਡੀ ਬਾਈਬਲ ਦੇ ਉੱਤੇ ਪ੍ਰਭੂ ਨੇ ਮੇਰੇ ਤੇ ਜ਼ਿੰਮੇਵਾਰੀ ਲਾਈ ਆ, ਉਹ ਇਸੇ ਤਰੀਕੇ ਦੀ ਸਟੱਡੀ ਬਾਈਬਲ ਹੋਏਗੀ ਕਿ ਵਚਨ ਬਸ ਪੜ੍ਹਨ ਦੀ ਗੱਲ ਹੋਏਗੀ, ਵਚਨ ਸਮਝ ਆਏਗਾ ਕਿਹੜੀ ਚੀਜ਼ ਕਿਉਂ ਲਿਖੀ ਗਈ ਆ। ਅਸੀਂ ਕਿਸੇ ਵੀ ਚੀਜ਼ ਨੂੰ ਆਊਟ ਆਫ ਕੰਟੈਕਸਟ ਯੂਜ਼ ਨਹੀਂ ਕਰਾਂਗੇ। ਉਸ ਦੇ ਨਾਲ ਸਾਨੂੰ ਵੀ ਬਰਕਤ ਮਿਲੂਗੀ, ਸੁਣਨ ਵਾਲੇ ਨੂੰ ਵੀ ਬਰਕਤ ਮਿਲੂਗੀ, ਪੜ੍ਹਨ ਵਾਲੇ ਨੂੰ ਵੀ ਬਰਕਤ ਮਿਲੇਗੀ। ਜ਼ਬੂਰ 110 ਜਿਸ ਨੂੰ ਮਿਲ ਜਾਏ। ਔਰ ਕੋਈ ਜਣਾ ਜ਼ਬੂਰ 16 ਕੱਢ ਲੈ। मैं पढ़न जी 110। हाँ जी। प्रभु दा चुनिया राजा। प्रभु ने मेरे मालक राजा नूं कहा, तू मेरे सज्जे हथ बैठ, जदों तक मैं तेरे बैरियां नूं तेरे पैरां दी चौंकी ना बना देवां। प्रभु तैनूं सियोन तो राज शक्ति देवेगा अते कहेगा, तू अपने बैरियां ते राज कर। जदों तू अपनी सेना लैके अगे वधेगा, तेरे लोग अपने आप तेरी सेना विच भर्ती होणगे। अमृत वेले दी सुंदर तरेल वांग तेरी जवानी दा रंग भी होवेगा। प्रभु ने सौं चुकी है अते ओ उस तो मुड़ेगा नहीं। उसने कहा, तू मलक सिदक दी तरह सदा तक पुरोहिताई करेगा। मालक तेरे सज्जे हथ है, वो अपने गुस्से वाले दिन राजियां नूं हार देवेगा। वो कौमां दा न्याय करेगा, वो युद्ध भूमि लाशां नाल भर देवेगा अते वो कट्टे सिरां नाल धरती ढक देवेगा। राजा राह विच दरिया दा पानी पीवेगा ते ताजा होके जित प्राप्त करेगा। ਹੁਣ ਇੱਥੇ ਕੁਐਸਚਨ ਇਹ ਉੱਠਦਾ ਕਿ ਜੀ ਉਹਨਾਂ ਲੋਕਾਂ ਦਾ ਕੀ ਕਸੂਰ ਸੀਗਾ, ਉਹ ਕਿਉਂ ਮਾਰੇ ਜਾਂਦੇ ਪਏ ਆ। ਬਈ ਪਿਛਲੇ 400 ਸਾਲ ਤੋਂ ਉਹਨਾਂ ਨੇ ਯਹੂਦੀਆਂ ਨੂੰ, ਇਜ਼ਰਾਈਲੀਆਂ ਨੂੰ ਕਿਤੇ ਟਿਕ ਕੇ ਬਹਿਣ ਨਹੀਂ ਦਿੱਤਾ। ਹਮਲੇ ਤੋਂ ਬਾਅਦ ਹਮਲਾ, ਹਮਲੇ ਤੋਂ ਬਾਅਦ ਹਮਲਾ, ਹਮਲੇ ਤੋਂ ਬਾਅਦ ਹਮਲਾ, ਫਸਲਾਂ ਚੁੱਕ ਕੇ ਲੈ ਗਏ, ਜੋ ਹੱਥ ਆਉਂਦਾ ਸੀ ਚੁੱਕ ਕੇ ਲੈ ਜਾਂਦੇ ਸੀਗੇ। ਇਹ ਬਹੁਤ ਦੇਰ ਬਾਅਦ ਉਹਨਾਂ ਨੂੰ ਸਜ਼ਾ ਲੱਗੀ ਹੈ ਮਿਲਣ। ਉਹਨਾਂ ਦੇ ਜਿਹੜੇ ਉਹਨਾਂ ਦੇ ਬਾਪ ਦਾਦਿਆਂ ਨੇ ਜਿਹੜਾ ਬੀਜਿਆ ਆ ਨਾ, ਇਹ ਹੁਣ ਔਲਾਦਾਂ ਕੱਟਦੀਆਂ ਪਈਆਂ। ਕੱਟ ਤਾਂ ਹੋਣਾ ਹੀ ਆ, ਕੱਟਣਾ ਤਾਂ ਪੈਣਾ। ਜੇ ਅਸੀਂ ਇਹ ਕਹਿੰਦੇ ਕੱਟਣਾ ਨਹੀਂ ਪੈਣਾ, ਕੱਟਣਾ ਪੈਣਾ। ਹਾਂ, ਇਹ ਫਰਕ ਸਿਰਫ ਇੰਨਾ ਆ ਕਿ ਜਿਹੜਾ ਸਾਡਾ ਕੱਟਣਾ ਸੀ ਉਹ ਯਿਸੂ ਨੇ ਕੱਟ ਲਿਆ। ਇਸ ਕਰਕੇ ਸਾਡੇ ਤੇ ਰਹਿਮ ਆ ਪ੍ਰਭੂ ਦੀ। ਇਸੇ ਕਰਕੇ ਉਸ ਨੂੰ ਦਇਆ ਕਿਹਾ ਜਾਂਦਾ, ਇਸੇ ਕਰਕੇ ਉਸ ਨੂੰ ਕਿਰਪਾ ਕਿਹਾ ਜਾਂਦਾ, ਕਿਉਂਕਿ ਕਿਰਪਾ ਖਰੀਦੀ ਨਹੀਂ ਜਾਂਦੀ। ਕਿਰਪਾ ਖਰੀਦੀ ਨਹੀਂ ਜਾਂਦੀ, ਕਿਰਪਾ ਕਰਨ ਵਾਲਾ ਕਿਰਪਾ ਕਰਦਾ। ਉਹਦੇ ਵਿੱਚ ਤੇ ਕਿਰਪਾ ਜਿਸ ਦੇ ਉੱਤੇ ਹੋ ਰਹੀ ਆ ਉਹਨਾਂ ਦੇ ਵਿੱਚ, ਇਹ ਦੋਵਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੁੰਦਾ। ਇੱਕ ਰਿਸ਼ਤਾ ਹੁੰਦਾ, ਇਹ ਫਰਕ। ਸੋ ਅਗੇਨ ਇਸ ਜ਼ਬੂਰ ਨੂੰ ਖੋਲਣ ਦੀ ਲੋੜ ਨਹੀਂ, ਆਪਣੇ ਆਪ ਖੁੱਲ ਗਿਆ, ਕਿਉਂਕਿ ਅਸੀਂ ਸਹੀ ਜਗ੍ਹਾ ਤੇ ਇਸ ਨੂੰ ਪੜ੍ਹ ਰਹੇ ਹਾਂ। ਮੇਰੇ ਨਾਲ ਜ਼ਬੂਰ 16 ਦੇ ਵਿੱਚ ਆ ਜਾਓ। ਹਾਂਜੀ, 837 ਆ ਸਫਾ। ਜ਼ਬੂਰ 16 837 ਸਫਾ ਪੜ੍ਹਦੇ ਆ ਪਾਸਟਰ ਜੀ? ਹਾਂਜੀ, ਕੱਢ ਲਿਆ ਸਾਰਿਆਂ ਨੇ? ਸੁਰੱਖਿਆ ਦੇ ਲਈ ਪ੍ਰਾਰਥਨਾ। ਦਾਊਦ ਦਾ ਮਿਕਤਾਮ। हे परमेश्वर, तू मेरी रखिया कर, मैं तेरी ही शरण आया हाँ। मैं प्रभु ਨੂੰ ਕਿਹਾ, ਤੂੰ ਮੇਰਾ ਪ੍ਰਭੂ ਹੈ। ਸਭ ਚੰਗੀਆਂ ਚੀਜ਼ਾਂ ਦਾ ਸੋਮਾ ਤੂੰ ਹੀ ਹੈ। ਵਿਸ਼ਵਾਸੀ ਜੋ ਇਸ ਧਰਤੀ ਉੱਤੇ ਹਨ ਆਦਰਯੋਗ ਹਨ, ਉਹਨਾਂ ਨਾਲ ਹੀ ਮੇਰੀ ਖੁਸ਼ੀ ਹੈ। ਜੋ ਲੋਕ ਦੂਜੇ ਦੇਵਤਿਆਂ ਦੇ ਪਿੱਛੇ ਜਾਂਦੇ ਹਨ, ਉਹ ਆਪਣੇ ਦੁੱਖਾਂ ਵਿੱਚ ਵਾਧਾ ਕਰਦੇ ਹਨ। ਮੈਂ ਉਹਨਾਂ ਦੇ ਦੇਵਤਿਆਂ ਦੇ ਸਾਹਮਣੇ ਖੂਨ ਬਲੀ ਨਹੀਂ ਚੜਾਵਾਂਗਾ। ਮੈਂ ਉਹਨਾਂ ਦੇ ਨਾਂ ਤੱਕ ਆਪਣੇ ਬੁੱਲਾਂ ਤੇ ਨਹੀਂ ਲਿਆਵਾਂਗਾ। ਪ੍ਰਭੂ, ਤੂੰ ਮੇਰਾ ਠਹਿਰਾਇਆ ਵਿਰਸਾ ਹੈ। ਤੇਰੇ ਤੋਂ ਹੀ ਮੇਰੀ ਹਰ ਲੋੜ ਪੂਰੀ ਹੁੰਦੀ ਹੈ। ਤੇਰੇ ਹੱਥਾਂ ਵਿੱਚ ਹੀ ਮੇਰਾ ਭਵਿੱਖ ਹੈ। ਮੇਰੇ ਹਿੱਸੇ ਵਿੱਚ ਸੁੰਦਰ ਥਾਵਾਂ ਆਈਆਂ ਹਨ।
मेरा विरसा अति उत्तम है। प्रभु तो मैनू मिली सलाह लई मैं उसकी वडियाई करांगा। रात दे शांत वातावरण विच भी मेरा मन मेरी अगवाही करता है। मैं हमेशा प्रभु नूं अपने सामने रखता हाँ। वो हर समय मेरे सज्जे हथ है। मैं सदा अटल रहांगा। इसलिए मेरा मन आनंदित अते खुश है। मैं हमेशा सुरक्षित हाँ। तू मैनू नरक कुंड विच जाण नहीं देवेगा। तू नहीं चाहुंदा कि तेरा पवित्र जन कबर दा मूंह देखे। तू मैनू जीवन दा राह दिखाउंदा है। मैं तेरी संगत विच भरपूर आनंद माणदा हाँ। मैनू तेरे कोल रह के ही खुशी मिलदी है। पढ़े सुने जानते शीश बरकत मिले। Amen। ਇੱਥੇ ਤੁਸੀਂ ਦੇਖੋ ਕਿਸ ਤਰ੍ਹਾਂ ਪ੍ਰਭੂ ਨੂੰ ਉਹ ਬਰਕਤ ਦੇ ਰਿਹਾ। ਕਿਸ ਵੇਲੇ ਇਹ ਬਰਕਤ ਦੇ ਰਿਹਾ? ਜਿਸ ਵੇਲੇ ਨਥਾਨ ਨਬੀ ਨੇ ਆ ਕੇ ਉਸਨੂੰ ਦੱਸਿਆ ਬਈ ਤੂੰ ਮੰਦਿਰ ਨਹੀਂ ਬਣਾਏਗਾ। ਪ੍ਰਭੂ ਨੇ ਕਿਹਾ ਕਿ ਤੇਰਾ ਇੱਕ ਪੁੱਤਰ ਉਸ ਮੰਦਿਰ ਨੂੰ ਬਣਾਏਗਾ, ਕਿਉਂਕਿ ਮੈਂ ਤੇਰੀ ਉਸ ਨੂੰ ਚੁਣ ਲਿਆ ਔਰ ਮੈਂ ਉਹਨਾਂ ਨੂੰ ਰਾਜਾ ਬਣਾਉਂਗਾ ਔਰ ਉਹਨਾਂ ਦਾ ਰਾਜ ਅੰਤ ਕਾਲ ਤੱਕ ਰਹੇਗਾ। ਹੁਣ ਤੁਸੀਂ ਕਹੋਗੇ ਕਿ ਉਹ ਰਾਜ ਅੰਤ ਕਾਲ ਤੱਕ ਕਿੱਦਾਂ ਰਹਿ ਗਿਆ? स्वर्ग के सिंघासन ते कौन बैठा? स्वर्ग के सिंघासन के उत्ते प्रभु यसु मसीह बैठे। और वो कौन? उसनूं दाऊद की संतान भी कहा जाता। दाऊद की संतान भी कहा जाता। सो उस दाऊद का जिहड़ा राज आ वो अनंत काल तक उसने कर दिता। अनंत काल तक कर दिता। और अमेजिंग चीज ये है कि प्रभु यसु मसीह तक लेखा भी रखा जाता। कौन केदा पुत्र सी? और जिसले प्रभु यसु मसीह आ जाते फिर लेखा भी नहीं रखा जाता। उस तो बाद का कोई लेखा नहीं। ये सब तो बड़ी बरकत वाली चीज। इत्थों पता लगता कि दाऊद की जिहड़ी गद्दी है वो कायम। प्रभु ने जो उस दे नाल वादा कीता सी पूरा कर दिता यसु मसीह दे विच। एनीहाउ लेट्स कम बैक। और उसने ये जिसलिए उसने कहा कि मैं तेरी संतान नूं बरकत दूंगा, तेरियां पीढ़ियां नूं बरकत दूंगा। सो ये जिहड़ी ये तीन जरूर जिहड़े हैगे आ, ये असीं ये कह सकते हैं कि ये भविखबाणियां भी आ। इन्हां दे विच भविखबाणियां भी आउंदियां। दूसरे जबूर दे विच भी भविखबाणी है, 110 दे विच भी भविखबाणी है ते इस 16वें दे विच भी भविखबाणी है। सो इहदे विच असीं ओह चीज़ां भी देखते हैं। लेकिन सब तो बड़ी बरकत यह है कि इस जबूर दे विच जिहड़ा उसने एक ही चीज़ कही है जिहड़ी सब तो प्यारी है, क्योंकि इस वेले वो अपने अपने अंत करन तो बोलता पिया। और ये है कि हे परमेश्वर तू मेरी रखिया कर, मैं तेरी ही शरण आया। भाई हाले तक वो गद्दी दे उत्ते बैठा आ, ਉਹਦੇ आले दुआले बहुत सारे लोग ऐसे हो जिन्हां दा उसनूं नहीं पता कि किन्ने की कर गुजरना। सो इस करके दाऊद जिहड़ा प्रभु दे अगे दुआ करदा पिया, वो उसदी दुआ है कि मेरी राखी भी तू और मेरियां सब चंगियां चीजां दा सोमा तू, मेरियां सब बरकतां दा सोमा प्रभु तू। और इस करके वो प्रभु नूं हर एक चीज दे लई बरकत दे रहा और सानू उस दे विच शिक्षा भी दे रहा कि दूजे देवतियां दे पिछे जो जाते हैं वो अपने दुख दे विच वाधा करते हैं। मैं उन्हां दे देवतियां दे सामने खून की बलि नहीं चढ़ावांगा, मैं उन्हां दे नाम अपने बुल्लां तक नहीं लियावांगा। और प्रभु ने की उस लई रखिया, कहंदा प्रभु तू मेरा ठहराया विरसा है और तेरे तो मेरी हर लोड़ पूरी होगी। वाओ, यसु ने की दिता? मैं तुहानू अपनी शांति देना, मैं तुहानू अपना आराम देना, मैं तुहाडे लिए अपनी जान देना। ये मेरा शरीर जो तुहाडे लिए तोड़िया जांदा, ये मेरा लहू जो तुहाडे लिए बहाया जांदा। शांति, आराम, प्यार, हर भली चीज
ਯਿਸੂ ਨੇ ਸਾਨੂੰ ਦਿੱਤੀ ਹੈ। ਜਿਸ ਲਈ ਉਸ ਕੋਲ ਜਾਂਦੇ ਹਾਂ ਤੇ ਸਾਨੂੰ ਦਿੰਦਾ ਹੈ। ਔਰ ਇਹ ਪ੍ਰਭੂ ਦੀ ਬਰਕਤ ਆ, ਇਹ ਪ੍ਰਭੂ ਦੀ ਬਰਕਤ ਆ। 8ਵਾਂ ਚੈਪਟਰ ਜਿਹੜਾ ਅਸੀਂ ਪੜਾਂਗੇ, ਬੇਸਿਕਲੀ ਜਿਹੜਾ ਆਪਾਂ ਕੱਲ੍ਹ ਇਤਿਹਾਸ ਦੇ ਵਿੱਚੋਂ ਚੈਪਟਰ ਪੜ੍ਹਿਆ ਸੀ ਉਸ ਨੂੰ ਬੇਸਿਕਲੀ ਅਸੀਂ ਦੂਜੀ ਵਾਰੀ ਪੜ੍ਹਦੇ ਪਏ ਹਾਂ, ਲੇਕਿਨ ਇੱਥੇ ਥੋੜੀ ਜਿਹੀ ਇਨਫੋਰਮੇਸ਼ਨ ਐਕਸਟਰਾ ਆ, ਉਹਦੇ ਕਰਕੇ ਅਸੀਂ ਇਸ ਨੂੰ ਦੇਖਦੇ ਪਏ ਹਾਂ। ਇਹਦੀਆਂ ਸਿਰਫ 18 ਆਇਤਾਂ ਜਿਸ ਨੂੰ ਮਿਲ ਜਾਣ ਉਹ ਪੜ੍ਹ ਦੇਣ। 456 ਪੰਨਾ। ਮੈਂ ਪੜ੍ਹਦੇ ਪਾਸੇ ਦਾਊਦ ਦੀ ਜਿੱਤ। ਸੋ ਅੱਗੇ ਚੱਲ ਕੇ ਦਾਊਦ ਨੇ ਫਿਲਿਸਤੀ ਲੋਕਾਂ ਉੱਤੇ ਹੱਲੇ ਕੀਤੇ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਹਰਾ ਕੇ ਆਪਣੇ ਇਲਾਕਿਆਂ ਵਿੱਚੋਂ ਕੱਢ ਦਿੱਤਾ। ਫਿਰ ਉਸਨੇ ਮੁਆਬ ਦੇ ਲੋਕਾਂ ਨੂੰ ਹਰਾਇਆ। ਉਸਨੇ ਉਹਨਾਂ ਦੇ 3 ਹਿੱਸੇ ਕਰ ਦਿੱਤੇ, ਜਿਨ੍ਹਾਂ ਵਿੱਚੋਂ ਉਹਨਾਂ ਨੇ 2 ਹਿੱਸੇ ਕਤਲ ਕਰ ਦਿੱਤੇ ਅਤੇ ਤੀਜਾ ਹਿੱਸਾ ਉਸਨੇ ਆਪਣੇ ਅਧੀਨ ਰੱਖ ਲਿਆ, ਜੋ ਟੈਕਸ ਭਰਨ ਲੱਗੇ। ਫਿਰ ਦਾਊਦ ਨੇ ਸੋਬਾ ਦੇ ਰਾਜਾ ਨੂੰ ਜਿੱਤਿਆ। ਸੋਬਾਹ ਦਾ ਰਾਜਾ ਹਦਦ ਅਜ਼ਰ ਸੀ, ਜਿਸ ਦੇ ਪਿਤਾ ਦਾ ਨਾਂ ਰਹੋਬ ਸੀ। ਉਹ ਫਰਾਤ ਦਰਿਆ ਦੇ ਕੰਢੇ ਉਤਲੇ ਆਪਣੇ ਇਲਾਕੇ ਨੂੰ ਛਡਾਉਣ ਆਇਆ ਸੀ। ਜਦੋਂ ਦਾਊਦ ਨੇ ਉਸ ਨੂੰ ਹਰਾਇਆ, ਦਾਊਦ ਨੇ ਰਾਹੋਤ ਦੇ 1700 ਘੋੜ ਸਵਾਰ ਅਤੇ 20,000 ਪੈਦਲ ਸਿਪਾਹੀ ਬੰਦੀ ਬਣਾ ਲਏ। ਉਸਨੇ 100 ਰੱਥਾਂ ਦੇ ਲਈ ਘੋੜੇ ਰੱਖ ਕੇ ਬਾਕੀ ਸਭ ਨੂੰ ਲੰਘਿਆ ਕਰ ਦਿੱਤਾ। ਦਮਿਸ਼ਕ ਦੇ ਅਰਾਮੀ ਲੋਕ ਵੀ ਰਾਜਾ ਹਦਦ ਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਉਹਨਾਂ ਦੇ ਵੀ 22,000 ਆਦਮੀ ਮਾਰ ਦਿੱਤੇ। ਦਾਊਦ ਨੇ ਅਰਾਮੀ ਲੋਕਾਂ ਦੇ ਇਲਾਕੇ ਵਿੱਚ ਵੀ ਆਪਣੀਆਂ ਫੌਜੀ ਚੌਕੀਆਂ ਬਣਾਈਆਂ ਅਤੇ ਇਸ ਤਰ੍ਹਾਂ ਉਹ ਉਸ ਦੇ ਗੁਲਾਮ ਬਣ ਗਏ ਅਤੇ ਉਸ ਨੂੰ ਟੈਕਸ ਭਰਨ ਲੱਗੇ। ਜਿੱਥੇ ਵੀ ਦਾਊਦ ਜਾਂਦਾ ਸੀ, ਪ੍ਰਭੂ ਉਸ ਨੂੰ ਜੇਤੂ ਕਰਦਾ ਸੀ। ਦਾਊਦ ਨੇ ਹਦਦ ਅਜ਼ਰ ਦੇ ਆਦਮੀਆਂ ਦੀਆਂ ਸੋਨੇ ਦੀਆਂ ਸਭ ਢਾਲਾਂ ਖੋਹ ਕੇ ਜਰੂਸਲਮ ਵਿੱਚ ਲੈ ਗਿਆ। ਹਦਦ ਅਜ਼ਰ ਦੇ ਨਗਰਾਂ ਬਠਾ ਤੇ ਬਰੋਤਈ ਵਿੱਚੋਂ ਦਾਊਦ ਨੇ ਬਹੁਤ ਸਾਰਾ ਕੈਹਾਂ ਵੀ ਲੁੱਟਿਆ। ਜਦੋਂ ਹਮਾਤ ਦੇ ਰਾਜਾ ਤੋਈ ਨੇ ਸੁਣਿਆ ਕਿ ਰਾਜਾ ਦਾਊਦ ਨੇ ਹਦਦ ਅਜ਼ਰ ਦੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਹੈ, ਤਾਂ ਉਸਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਨੂੰ ਵਧਾਈ ਦੇਣ ਲਈ ਘੱਲਿਆ, ਕਿਉਂਕਿ ਹਦਦ ਅਜ਼ਰ ਰਾਜਾ ਤੋਈ ਵਿਰੁੱਧ ਲੜਦਾ ਰਹਿੰਦਾ ਸੀ। ਸੋ ਯੋਰਾਮ ਦਾਊਦ ਕੋਲ ਸੋਨੇ, ਚਾਂਦੀ ਅਤੇ ਕੈਹੀਂ ਦੇ ਭਾਂਡੇ ਸਗਾਤ ਦੇ ਤੌਰ ਤੇ ਲੈ ਕੇ ਆਇਆ। ਦਾਊਦ ਨੇ ਉਹ ਚੀਜ਼ਾਂ ਬਾਕੀ ਕੌਮਾਂ ਦੇ ਸਭ ਸੋਨੇ ਚਾਂਦੀ ਦੇ ਨਾਲ ਜੋ ਉਸਨੇ ਜਿੱਤੇ ਸਨ, ਪ੍ਰਭੂ ਦੇ ਸਾਹਮਣੇ ਅਰਪਿਤ ਕਰ ਦਿੱਤੇ। ਉਸਨੇ ਇਹਨਾਂ ਸਭ ਕੌਮਾਂ ਨੂੰ ਹਰਾਇਆ ਸੀ: ਅਰਾਮੀ, ਮੁਆਬੀ, ਆਮੋਨੀ, ਫਿਲਿਸਤੀ, ਅਮਾਲੇਕੀ ਅਤੇ ਸੋਬਾ ਦਾ ਰਾਜਾ ਰਾਹੋਬ ਦਾ ਪੁੱਤਰ ਹਦਦ ਅਜ਼ਰ। ਫਿਰ ਜਦੋਂ ਦਾਊਦ 18,000 ਆਦਮੀ ਲੋਕਾਂ ਨੂੰ ਲੂਣ ਦੀ ਵਾਦੀ ਵਿੱਚ ਮਾਰ ਕੇ ਵਾਪਸ ਮੁੜਿਆ, ਤਾਂ ਉਸਦੀ ਪ੍ਰਸਿੱਧੀ ਹੋਰ ਚਾਰੇ ਪਾਸੇ ਫੈਲ ਗਈ। ਦਾਊਦ ਨੇ ਆਪਣੀਆਂ ਫੌਜੀ ਚੌਕੀਆਂ ਸਾਰੇ ਅਦੋਮ ਵਿੱਚ ਵੀ ਬਿਠਾ ਦਿੱਤੀਆਂ ਅਤੇ ਅਦੋਮੀ ਵੀ ਉਸਦੇ ਗੁਲਾਮ ਬਣ ਗਏ। ਦਾਊਦ ਜਿੱਥੇ ਵੀ ਜਾਂਦਾ ਸੀ, ਪ੍ਰਭੂ ਉਸ ਨੂੰ ਜੇਤੂ ਕਰਦਾ ਸੀ। ਸੋ ਦਾਊਦ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ ਅਤੇ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਉਸ ਦੀ ਸਾਰੀ ਪ੍ਰਜਾ ਨੂੰ ਠੀਕ ਠੀਕ ਨਿਆਂ ਮਿਲੇ। ਸਰੂਆ ਦਾ ਪੁੱਤਰ ਯੋਆਬ ਦਾਊਦ ਦਾ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫਾਟ ਉਸ ਦਾ ਇਤਿਹਾਸਕਾਰ ਸੀ। ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਿਆਥਾਰ ਦਾ ਪੁੱਤਰ ਅਹੀਮਲਕ ਪੁਰੋਹਿਤ ਸਨ ਅਤੇ ਸਰੀਆ ਲੇਖਾਰੀ ਸੀ। ਯਹੋਜਦਾ ਦਾ ਪੁੱਤਰ ਬਨਾਇਆ ਦਾਊਦ ਦੇ ਸੁਰੱਖਿਆ ਦਲ ਦਾ ਆਗੂ ਸੀ ਅਤੇ ਦਾਊਦ ਦੇ ਆਪਣੇ ਪੁੱਤਰ ਦੀਵਾਨ ਸਨ। ਕਿੰਨੀ ਪਿਆਰੀ ਚੀਜ਼ ਆ ਕਿ ਪ੍ਰਭੂ ਨੇ ਉਸ ਨੂੰ ਕਿੰਨੀ ਬਰਕਤ ਦਿੱਤੀ। ਉਹ ਸਾਰੇ ਰਾਜੇ ਜਿਹੜੇ ਅਸੀਂ ਗਿਣਦੇ ਹੁੰਦੇ ਸੀਗੇ ਕਿ ਇਸ ਰਾਜੇ ਨੇ ਹਮਲਾ ਕੀਤਾ, ਉਸ ਰਾਜੇ ਨੇ ਹਮਲਾ ਕੀਤਾ, ਪ੍ਰਭੂ ਨੇ ਕੋਈ ਵਾਰੀ ਧੋ ਕੇ ਰੱਖ ਦਿੱਤਾ। ਪ੍ਰਭੂ ਨੇ ਉਸ ਨੂੰ ਜੇਤੂ ਕਰ ਦਿੱਤਾ। ਔਰ ਅਗਲੀ ਜਿਹੜੀ ਇੱਥੇ ਜਿਹੜੇ ਸਾਮ ਆਉਂਦੇ ਹੈਗੇ ਆ, ਉਹ ਹੈਗੇ ਆ ਸਾਮ 9, ਸਾਮ 60 ਔਰ ਸਾਮ 18 ਔਰ 144। ਇਹ 4 ਜ਼ਬੂਰ ਇੱਥੇ ਆਉਂਦੇ ਆ। ਸੋ 8ਵੇਂ ਚੈਪਟਰ ਤੋਂ ਬਾਅਦ ਇਹ 4 ਜ਼ਬੂਰ ਤੁਸੀਂ ਲਿਖ ਲਓ। ਔਰ ਇੱਥੇ ਅਸੀਂ ਜਿਹੜਾ ਜ਼ਬੂਰ ਪਰ ਅਸੀਂ ਜਿੱਦਾਂ ਪੜਾਂਗੇ, ਜ਼ਬੂਰ 9 ਪੜਾਂਗੇ ਪਹਿਲਾਂ, ਭਜਨ 9 ਪੰਨਾ ਦੱਸ ਦੇਣਾ ਨਾਲ ਹੀ ਜਿਹੜਾ ਵੀ ਬੰਦਾ ਪੜਨ ਲੱਗੇ। ਹਾਂਜੀ, ਪੜ੍ਹ। ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ, ਉਸ ਦੇ ਸਭ ਅਦਭੁਤ ਕੰਮ ਦਾ ਮੈਂ ਵਰਣਨ ਕਰਾਂਗਾ। ਹੇ ਪਰਮ ਪ੍ਰਧਾਨ, ਮੈਂ ਤੇਰੇ ਕਾਰਨ ਬਹੁਤ ਆਨੰਦਿਤ ਹੋਵਾਂਗਾ। ਮੈਂ ਤੇਰੇ ਨਾਂ ਦੀ ਵਡਿਆਈ ਕਰਾਂਗਾ। ਮੇਰੇ ਵੈਰੀ ਪਿਛਾਂਹ ਮੁੜ ਜਾਂਦੇ ਹਨ,
ਉਹ ਤੇਰੇ ਸਾਹਮਣੇ ਡਿੱਗ ਕੇ ਨਾਸ਼ ਹੋ ਜਾਂਦੇ ਹਨ। ਤੂੰ ਸਿੰਘਾਸਨ ਉੱਤੇ ਸੱਚ ਨਿਆਂਕਰਤਾ ਦੇ ਵਾਂਗ ਬੈਠਦਾ ਹੈ। ਤੂੰ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਹੈ। ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ। ਤੂੰ ਦੁਸ਼ਟਾਂ ਨੂੰ ਨਾਸ਼ ਕੀਤਾ ਹੈ। ਤੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਸਾਡੇ ਬੈਰੀਆਂ ਦਾ ਹਮੇਸ਼ਾ ਲਈ ਅੰਤ ਹੋ ਗਿਆ। ਤੂੰ ਉਹਨਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੀ ਯਾਦ ਤੱਕ ਖਤਮ ਹੋ ਚੁੱਕੀ ਹੈ। ਪ੍ਰਭੂ ਸਿੰਘਾਸਨ ਉੱਤੇ ਹਮੇਸ਼ਾ ਦੇ ਲਈ ਬੈਠਾ ਹੈ। ਉਸ ਨੇ ਨਿਆਂ ਦੇ ਲਈ ਆਪਣਾ ਸਿੰਘਾਸਨ ਲਾ ਰੱਖਿਆ ਹੈ। ਉਸ ਦੇ ਰਾਜ ਦਾ ਆਧਾਰ ਸੱਤ ਹੈ। ਉਹ ਕੰਮਾਂ ਦਾ ਨਿਆਂ ਸੱਚ ਦੇ ਆਧਾਰ ਤੇ ਕਰਦਾ ਹੈ। ਪ੍ਰਭੂ ਜ਼ੁਲਮ ਹੇਠ ਪਿਸ ਰਹੇ ਲੋਕਾਂ ਦਾ ਕਿਲਾ ਹੈ। ਉਹ ਦੁੱਖ ਦੇ ਸਮੇਂ ਲਈ ਉਹਨਾਂ ਦਾ ਆਸਰਾ ਹੈ। ਜੋ ਤੇਰੇ ਨਾਂ ਨੂੰ ਜਾਣਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ, ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਛੱਡਦਾ ਨਹੀਂ। ਪ੍ਰਭੂ ਦੀ ਵਡਿਆਈ ਕਰੋ। ਉਹ ਸਿਯੋਨ ਵਿੱਚ ਰਹਿੰਦਾ ਹੈ। ਉਸ ਦੇ ਕੰਮਾਂ ਬਾਰੇ ਤੁਸੀਂ ਲੋਕਾਂ ਨੂੰ ਦੱਸੋ। ਉਹ ਖੂਨ ਦਾ ਬਦਲਾ ਲੈਂਦਿਆਂ ਨਿਤਾਣਿਆਂ ਨੂੰ ਯਾਦ ਕਰਦਾ ਹੈ। ਉਹ ਉਹਨਾਂ ਦੀ ਪੁਕਾਰ ਨੂੰ ਭੁੱਲਦਾ ਨਹੀਂ ਹੈ। ਹੇ ਪ੍ਰਭੂ, ਤੂੰ ਮੇਰੇ ਤੇ ਦਇਆ ਕਰ। ਤੂੰ ਮੇਰੇ ਉਹਨਾਂ ਦੁੱਖਾਂ ਨੂੰ ਦੇਖ ਜੋ ਮੈਨੂੰ ਮੇਰੇ ਬੈਰੀਆਂ ਤੋਂ ਮਿਲੇ ਹਨ। ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਹੈ। ਮੈਂ ਸਿਯੋਨ ਦੇ ਲੋਕਾਂ ਸਾਹਮਣੇ ਤੇਰੀਆਂ ਸਭ ਵਡਿਆਈਆਂ ਬਾਰੇ ਦੱਸਾਂਗਾ। ਮੈਂ ਤੇਰੇ ਤੋਂ ਮਿਲੇ ਛੁਟਕਾਰੇ ਲਈ ਆਨੰਦਿਤ ਹੋਵਾਂਗਾ। ਪਰਾਈਆਂ ਕੌਮਾਂ ਦੇ ਲੋਕ ਆਪਣੇ ਪੁੱਟੇ ਟੋਇਆਂ ਵਿੱਚ ਆਪ ਹੀ ਡਿੱਗ ਪਏ ਹਨ। ਉਹ ਆਪ ਹੀ ਆਪਣੇ ਫੰਦਿਆਂ ਵਿੱਚ ਫਸ ਚੁੱਕੇ ਹਨ। ਪ੍ਰਭੂ ਨੇ ਆਪਣੇ ਆਪ ਨੂੰ ਆਪਣੇ ਕੀਤੇ ਨਿਆਂ ਦੇ ਦੁਆਰਾ ਪ੍ਰਗਟ ਕੀਤਾ ਹੈ। ਬੁਰੇ ਲੋਕ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿੱਚ ਫਸ ਗਏ ਹਨ। ਬੁਰੇ ਲੋਕਾਂ ਦਾ ਠਿਕਾਣਾ ਨਰਕ ਕੁੰਡ ਹੀ ਹੈ। ਉਹਨਾਂ ਕੌਮਾਂ ਦਾ ਵੀ ਜੋ ਪਰਮੇਸ਼ਰ ਨੂੰ ਭੁੱਲ ਚੁੱਕੀਆਂ ਹਨ। ਲੋੜਵੰਦ ਹਮੇਸ਼ਾ ਭੁੱਲੇ ਨਹੀਂ ਰਹਿਣਗੇ, ਨਾ ਹੀ ਗਰੀਬਾਂ ਦੀ ਉਮੀਦ ਹਮੇਸ਼ਾ ਖਤਮ ਕੀਤੀ ਜਾਵੇਗੀ। ਹੇ ਪ੍ਰਭੂ, ਉੱਠ ਮਨੁੱਖ ਨੂੰ ਆਪਣੇ ਸਾਹਮਣੇ ਆਕੀ ਨਾ ਹੋਣ ਦੇ। ਤੇਰੇ ਸਾਹਮਣੇ ਕੰਮ ਦਾ ਨਿਆਂ ਕੀਤਾ ਜਾਵੇ। ਹੇ ਪ੍ਰਭੂ, ਉਹਨਾਂ ਨੂੰ ਤੂੰ ਆਪਣੇ ਭੈ ਹੇਠ ਕਰ। ਤੂੰ ਉਹਨਾਂ ਨੂੰ ਚਿੰਤਾ ਦੇ ਕਿ ਉਹ ਕੇਵਲ ਮਨੁੱਖ ਹੀ ਹਨ। ਆਮੀਨ। ਕਿੱਦਾਂ ਦੇਖੋ ਜੀ, ਬੂਟ ਫਿੱਟ ਹੁੰਦਾ ਬਿਲਕੁਲ ਸਹੀ ਜਗ੍ਹਾ ਤੇ ਜਿਸ ਲਈ ਆਪਾਂ ਇਹਨਾਂ ਨੂੰ ਪੜ੍ਹਦੇ ਜਿੱਦਾਂ ਕਿਟ ਕਰਕੇ ਜਿੱਦਾਂ ਗਰਾਰੀਆਂ ਰਗੜ ਮਿਲਦੀਆਂ ਹੁੰਦੀਆਂ। ਇਹ ਉਹਨਾਂ ਦਿਨਾਂ ਦੇ ਭਜਨਾਂ ਜ਼ਰੂਰ ਤੇ ਉਹ ਉਹਨਾਂ ਦਿਨਾਂ ਦੇ ਵਿੱਚ ਪ੍ਰਭੂ ਦੀ ਵਡਿਆਈ ਕਰਦਾ ਪਿਆ ਦਾਊਦ, ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰਭੂ ਨੇ ਉਸਨੂੰ ਚੁਣਿਆ, ਉਸਨੂੰ ਰਾਜਾ ਬਣਾਇਆ, ਉਸ ਦੇ ਨਾਲ ਖੜਾ, ਉਸਨੂੰ ਇੰਨਿਆਂ ਦੁੱਖਾਂ ਦੇ ਵਿੱਚ ਜੋ ਕੱਢ ਕੇ ਲੈ ਕੇ ਆਇਆ। ਹਾਲੇ ਵੀ ਲੋਕਾਂ ਦੀ ਜੀਭ ਟੈਨਸ਼ਨ ਚੱਲਦੀ ਪਈ ਹੈ, ਲੇਕਿਨ ਦਾਊਦ ਹੁਣ ਉਹਨਾਂ ਵੱਲੋਂ ਉਸਦੀ ਨਿਗਾਹ ਘਟੀ ਜਾਂਦੀ ਪਈ। ਉਸਦੀ ਨਿਗਾਹ ਹੁਣ ਪ੍ਰਭੂ ਦੇ ਵੱਲ ਵਧੀ ਜਾਂਦੀ ਪਈ ਹੈ। ਪ੍ਰਭੂ ਦੀਆਂ ਬਰਕਤਾਂ ਜਿਹੜੀਆਂ ਉਸਨੂੰ ਦੇ ਰਿਹਾ, ਉਹਨਾਂ ਦੇ ਨਾਲ ਉਸਨੂੰ ਇੰਨਾ ਨਹੀਂ ਹੈ। ਉਹਨੂੰ ਇੰਨਾ ਪਤਾ ਕਿ ਜੋ ਕੁਛ ਮੈਨੂੰ ਮਿਲਿਆ ਮੇਰੇ ਪ੍ਰਭੂ ਨੇ ਦਿੱਤਾ। ਇਸ ਕਰਕੇ ਉਹ ਇਹ ਨਹੀਂ ਕਹਿੰਦਾ ਦਾਊਦ ਰਾਜ ਕਰਦਾ ਪਿਆ, ਉਹ ਇਸ ਕਰਕੇ ਏਦਾਂ ਕਹਿੰਦਾ ਪ੍ਰਭੂ ਰਾਜ ਕਰਦਾ, ਪ੍ਰਭੂ ਰਾਜ ਸਿੰਘਾਸਨ ਤੇ ਬੈਠਾ ਹੈ, ਪ੍ਰਭੂ ਸਿਯੋਨ ਤੇ ਰਾਜ ਕਰਦਾ, ਦਾਊਦ ਦੇ ਨਗਰ ਤੇ ਪ੍ਰਭੂ ਰਾਜ ਕਰਦਾ। ਸੋ ਉਹ ਪ੍ਰਭੂ ਦੇ ਲੋਕਾਂ, ਦੇਖੋ ਇੱਕ ਰਾਜਾ ਆ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਉਹ ਇਹ ਭਜਨ ਗਾਉਂਦਾ ਪਿਆ ਆਪਣੇ ਲੋਕਾਂ ਦੇ ਸਾਹਮਣੇ। ਲੋਕਾਂ ਤੇ ਕੀ ਅਸਰ ਹੁੰਦਾ ਹੋਵੇਗਾ ਇਹਨਾਂ ਚੀਜ਼ਾਂ ਦਾ? ਕਿੱਦਾਂ ਲੋਕ ਵਾਪਸ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵੱਧਦੇ ਹੋਣਗੇ? ਇਹ ਪ੍ਰਭੂ ਦੀ ਕਿਰਪਾ ਹੈ, ਇਹ ਪ੍ਰਭੂ ਦੀ ਦਇਆ। ਅਸੀਂ ਹੁਣ ਦੇਖਾਂਗੇ ਜ਼ਬੂਰ 60 880 ਪੇਜ ਆ ਪਾਸਟਰ ਜੀ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹੇ ਪਰਮੇਸ਼ਰ, ਤੂੰ ਸਾਨੂੰ ਤਿਆਗ ਦਿੱਤਾ, ਤੂੰ ਸਾਨੂੰ ਨੀਵਿਆਂ ਕਰ ਦਿੱਤਾ, ਕਿਉਂਕਿ ਤੂੰ ਕ੍ਰੋਧਿਤ ਸੀ। ਤੂੰ ਸਾਨੂੰ ਫਿਰ ਖੜਿਆ ਕਰ। ਤੂੰ ਧਰਤੀ ਨੂੰ ਕੰਬਾ ਦਿੱਤਾ, ਤੂੰ ਉਸ ਵਿੱਚ ਦਰਾੜਾਂ ਪੈਦਾ ਕਰ ਦਿੱਤੀਆਂ। ਹੁਣ ਤੂੰ ਉਹਨਾਂ ਨੂੰ ਦੁਬਾਰਾ ਭਰ ਦੇ, ਕਿਉਂਕਿ ਉਹ ਡਗਮਗਾ ਰਹੀ ਹੈ। ਤੂੰ ਆਪਣੇ ਲੋਕਾਂ ਨੂੰ ਭਿਅੰਕਰ ਦਿਨ ਦਿਖਾਏ। ਤੂੰ ਸਾਨੂੰ ਉਹ ਸ਼ਰਾਬ ਪਿਆਈ ਜਿਸ ਨਾਲ ਅਸੀਂ ਡੋਲ ਗਏ। ਤੂੰ ਆਪਣੇ ਡਰਨ ਵਾਲਿਆਂ ਨੂੰ ਇੱਕ ਝੰਡਾ ਦਿੱਤਾ, ਜੋ ਸੱਚਾਈ ਦੇ ਕਾਰਨ ਦੁੱਖ ਸਮੇਂ ਦਿਖਾਇਆ ਜਾ ਸਕੇ। ਸੇਲਾ। ਤੂੰ ਸਾਨੂੰ ਉੱਤਰ ਦੇ ਅਤੇ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ, ਕਿ ਤੇਰੇ ਚਹੇਤੇ ਛੁਟਕਾਰਾ ਪਾਉਣ। ਪਰਮੇਸ਼ਰ ਆਪਣੇ ਪਵਿੱਤਰ ਮੰਦਰ ਵਿੱਚ ਬੋਲ ਉੱਠਿਆ, ਡੰਕੇ ਦੀ ਆਵਾਜ਼ ਨਾਲ ਮੈਂ ਸ਼ਕਮ ਨੂੰ ਵੰਡ ਦੇਵਾਂਗਾ ਅਤੇ ਸਕੋਤ ਦੀ ਘਾਟੀ ਨੂੰ ਮਿਣਾਂਗਾ। ਗਿਲਿਆਦ ਅਤੇ ਮਨੱਸੇ ਮੇਰਾ ਹੈ, ਇਫਰਾਇਮ ਮੇਰੇ ਸਿਰ ਦਾ ਟੋਪ ਹੈ।
ਅਤੇ ਯਹੂਦਾ ਮੇਰਾ ਰਾਜਦੰਡ ਹੈ। ਮੁਆਬ ਮੇਰੇ ਹੱਥ ਧੋਣ ਵਾਲੀ ਚਰਮਚੀ ਹੈ। ਅਦੋਮ ਉੱਤੇ ਮੈਂ ਆਪਣੀ ਜੁੱਤੀ ਧਰਾਂਗਾ। ਫਿਲਿਸਤ ਉੱਤੇ ਮੈਂ ਜਿੱਤ ਦਾ ਨਾਅਰਾ ਮਾਰਾਂਗਾ। ਹੇ ਪਰਮੇਸ਼ਰ, ਕੌਣ ਮੈਨੂੰ ਸੁਰੱਖਿਅਤ ਕਿਲੇ ਅੰਦਰ ਲੈ ਜਾਵੇਗਾ? ਕੌਣ ਮੈਨੂੰ ਅਦੋਮ ਤੱਕ ਪਹੁੰਚਾਵੇਗਾ? ਕੀ ਸੱਚਮੁੱਚ ਤੂੰ ਸਾਨੂੰ ਤਿਆਗ ਦਿੱਤਾ ਹੈ? ਕੀ ਤੂੰ ਸਾਡੀਆਂ ਫੌਜਾਂ ਦੇ ਨਾਲ ਨਹੀਂ ਜਾਵੇਂਗਾ? ਸਾਡੇ ਵੈਰੀਆਂ ਦੇ ਵਿਰੁੱਧ ਸਾਡੀ ਮਦਦ ਕਰ, ਕਿਉਂਕਿ ਮਨੁੱਖੀ ਸਹਾਇਤਾ ਵਿਅਰਥ ਹੈ। ਪਰਮੇਸ਼ਰ ਦੇ ਸਾਡੇ ਨਾਲ ਹੋਣ ਦਾ ਕਾਰਨ ਅਸੀਂ ਵੀਰਤਾ ਨਾਲ ਲੜਾਂਗੇ। ਉਹੀ ਵੈਰੀਆਂ ਨੂੰ ਹਾਰ ਦੇਵੇਗਾ। ਆਮੀਨ। ਲੋਨ ਦੀ ਘਾਟੀ ਦੇ ਵਿੱਚ ਜਿਸਲੇ ਯੁੱਧ ਚੱਲਦਾ ਪਿਆ, ਔਰ ਕਾਫੀ ਲੰਬਾ ਚੱਲਿਆ ਸੀ, ਔਰ ਅੰਤ ਦੇ ਵਿੱਚ 20,000 ਲੋਕ ਮਾਰੇ ਗਏ ਸੀਗੇ ਉਹਨਾਂ ਦੇ ਦੂਸਰੇ ਪਾਸੇ। ਔਰ ਉੱਥੇ ਦਾ ਇਹ ਜ਼ਰੂਰ ਹੈ। ਔਰ ਪ੍ਰਭੂ ਨੇ ਅੱਗੇ ਇਹ ਉਸਦੀਆਂ ਦੁਆਵਾਂ ਹੈ। ਉਹ ਜਿਸ ਵੇਲੇ ਮੋਰੇ ਕੋਈ ਦੇਖਦਾ, ਕੋਈ ਐਸੀ ਚੀਜ਼ ਦੇਖਦਾ, ਉਹ ਆਪਣੀ ਵੀਰਤਾ ਨਹੀਂ ਦੇਖਦਾ, ਉਹ ਪ੍ਰਭੂ ਦੇ ਵੱਲ ਨੂੰ ਦੇਖਦਾ। ਅੱਖਾਂ ਪ੍ਰਭੂ ਤੇ ਲੱਗੀਆਂ। ਮੋਰੇ ਫੌਜ ਖੜੀ ਆ, ਨਾਸੋਨ ਦੀ ਫੌਜ ਮੋਰੇ ਖੜੀ ਹੈ, ਲੇਕਿਨ ਉਹਦੀ ਅੱਖਾਂ ਤਾਂ ਪ੍ਰਭੂ ਤੇ ਲੱਗੀਆਂ। ਇਸੇ ਕਰਕੇ ਆਖਰੀ ਆਇਤ ਦੇ ਵਿੱਚ ਕਹਿੰਦਾ, ਪਰਮੇਸ਼ਰ ਦੇ ਸਾਡੇ ਨਾਲ ਹੋਣ ਦੇ ਕਾਰਨ ਅਸੀਂ ਵੀਰਤਾ ਦੇ ਨਾਲ, ਕਿਉਂਕਿ ਜਿਹੜਾ ਸਾਡਾ ਸੈਨਾਪਤੀ ਹੈ ਉਹ ਪ੍ਰਭੂ ਆਪ। ਜੰਗ 'ਚ ਜਿਹੜਾ ਜਿੱਤਾਂ ਦਿੰਦਾ ਪਿਆ ਉਹ ਪ੍ਰਭੂ ਆਪ। ਸੋ ਜੰਗ ਲੜਨ ਤੋਂ ਬਾਅਦ ਉਹ ਆਪਣੀ ਜਿੱਤ ਦਾ ਨਾਰਾ ਇਹ ਨਹੀਂ ਮਾਰਦਾ ਪਿਆ ਕਿ ਦਾਊਦ ਨੇ ਜਿੱਤੀ ਹੈ। ਉਹ ਸਾਰੇ ਦਾ ਸਾਰਾ ਕ੍ਰੈਡਿਟ ਪ੍ਰਭੂ ਨੂੰ ਦੇ। It's not me, it's God. It's God. और ਜ਼ਬੂਰ 18 ਕਾਫੀ ਲੰਬਾ ਆ। ਆਪਾਂ ਏਦਾਂ ਕਰਦੇ ਆਪਾਂ ਪੜ੍ਹਦੇ, ਬੜਾ ਪਿਆਰਾ ਜ਼ਬੂਰ ਹੋता है, लंबा है, बहुत प्यारा। मैं पढ़ दे बस ये भी डोर बन जी बनता। बचाओ ਲਈ ਧੰਨਵਾਦ। हे प्रभु मेरे बाल, मैं ਤੈਨੂੰ ਪਿਆਰ ਕਰਦਾ ਹਾਂ। प्रभु मेरी चट्टान है, ਉਹ ਮੇਰਾ ਕਿਲਾ ਹੈ, ਉਹ ਮੇਰਾ ਮੁਕਤੀ ਦਾਤਾ ਹੈ, ਉਹ ਮੇਰਾ ਪਰਮੇਸ਼ਰ ਹੈ, ਉਹ ਮੇਰਾ ਮੁਕਤੀ ਦਾ ਚਿੰਨ ਹੈ, ਉਹ ਮੇਰਾ ਹਰ ਪਾਸਿਓਂ ਬਚਾਅ ਹੈ। ਮੈਂ ਪ੍ਰਭੂ ਦੀ ਵਡਿਆਈ ਕਰਦਾ ਹਾਂ, ਉਹ ਵਡਿਆਈ ਦੇ ਯੋਗ ਹੈ। ਉਸ ਨੇ ਹੀ ਮੈਨੂੰ ਮੇਰੇ ਵੈਰੀਆਂ ਤੋਂ ਬਚਾਇਆ ਹੈ। ਮੌਤ ਮੇਰੇ ਤੱਕ ਆ ਪਹੁੰਚੀ ਸੀ, ਤਬਾਹੀ ਮੇਰੇ ਹਰ ਪਾਸੇ ਸੀ। ਮੈਂ ਮੁਰਦਿਆਂ ਦੇ ਸੰਸਾਰ ਤੱਕ ਪਹੁੰਚ ਗਿਆ ਸਾਂ। ਮੈਂ ਮੌਤ ਦੇ ਜਾਲ ਵਿੱਚ ਫਸ ਚੁੱਕਾ ਸਾਂ। ਆਪਣੀ ਬਿਪਤਾ ਸਮੇਂ ਮੈਂ ਪ੍ਰਭੂ ਨੂੰ ਪੁਕਾਰਿਆ। ਮੈਂ ਆਪਣੇ ਪਰਮੇਸ਼ਰ ਦੀ ਦੁਹਾਈ ਦਿੱਤੀ। ਉਸਨੇ ਆਪਣੇ ਮੰਦਰ ਵਿੱਚੋਂ ਮੇਰੀ ਆਵਾਜ਼ ਸੁਣੀ। ਸੋ ਮੇਰੀ ਪੁਕਾਰ ਉਸਦੇ ਕੰਨਾਂ ਤੱਕ ਪਹੁੰਚੀ। ਤਾਂ ਧਰਤੀ ਕੰਬ ਕੇ ਡੋਲ ਉੱਠੀ, ਪਹਾੜਾਂ ਦੀਆਂ ਨੀਹਾਂ ਵੀ ਹਿੱਲ ਗਈਆਂ, ਕਿਉਂਕਿ ਪ੍ਰਭੂ ਕ੍ਰੋਧਿਤ ਹੋ ਉੱਠਿਆ ਸੀ। ਉਸ ਦੀਆਂ ਨਾਸਾਂ ਵਿੱਚੋਂ ਧੂਆਂ ਨਿਕਲਣ ਲੱਗਾ। ਉਸਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਅਤੇ ਉਸਦੇ ਮੂੰਹ ਵਿੱਚੋਂ ਮਗ ਰੇਗ ਅੰਗਾਰ ਨਿਕਲਣ ਲੱਗੇ। ਉਹ ਕਾਸ਼ਾਂ ਨੂੰ ਝੁਕਾ ਕੇ ਹੇਠਾਂ ਉੱਤਰ ਆਇਆ। ਉਸਦੇ ਪੈਰਾਂ ਹੇਠ ਗੁੱਪ ਹਨੇਰਾ ਸੀ। ਉਸਨੇ ਹਨੇਰੇ ਨੂੰ ਆਪਣੀ ਲੁਕਣ ਵਾਲੀ ਥਾਂ ਬਣਾ ਲਿਆ ਤੇ ਕਾਲੇ ਘੋਰ ਬੱਦਲ ਉਸਦਾ ਮੰਡਪ ਬਣੇ। ਉਹ ਕਰੂਬੀ ਦੀ ਸਵਾਰੀ ਕਰਕੇ ਉੱਡਿਆ ਤੇ ਹਵਾਈ ਖੰਭਾਂ ਤੇ ਚੜ੍ਹ ਕੇ ਆ ਗਿਆ। ਉਸਦੇ ਸਾਹਮਣੇ ਚਮਕ ਅਤੇ ਬੱਦਲਾਂ ਵਿੱਚੋਂ ਗੜੇ ਅਤੇ ਮਗ ਦੇ ਅੰਗਾਰ ਨਿਕਲਣ ਲੱਗੇ। ਤਦ ਪ੍ਰਭੂ ਆਕਾਸ਼ ਵਿੱਚ ਗਰਜਿਆ ਅਤੇ ਪਰਮ ਪ੍ਰਧਾਨ ਦਾ ਸ਼ਬਦ ਗੂੰਜਿਆ, ਤਾਂ ਗੜੇ ਅਤੇ ਮਗ ਦੇ ਅੰਗਾਰ ਡਿੱਗਣ ਲੱਗੇ। ਉਸਨੇ ਆਪਣੇ ਬਾਣ ਛੱਡੇ ਤਾਂ ਉਸਦੇ ਵੈਰੀ ਖਿੱਲਰ ਪੁੱਲਰ ਗਏ। ਬਿਜਲੀ ਦੀ ਚਮਕ ਨਾਲ ਉਹਨਾਂ ਵਿੱਚ ਖਲਬਲੀ ਮਚ ਗਈ। ਤਦ ਹੇ ਪ੍ਰਭੂ, ਤੇਰੇ ਦਬਕੇ ਨਾਲ, ਤੇਰੀਆਂ ਨਾਸਾਂ ਦੀ ਹਵਾ ਦੇ ਜ਼ੋਰ ਦੇ ਨਾਲ ਧਰਤੀ ਦੀ ਤਹਿ ਵਿੱਚੋਂ ਪਾਣੀ ਵਗਣ ਲੱਗਾ ਤੇ ਪਤਾਲ ਨੰਗਾ ਹੋ ਗਿਆ। ਉਸਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਫੜ ਲਿਆ। ਉਸਨੇ ਬਹੁਤ ਸਾਰੇ ਡੂੰਘੇ ਪਾਣੀਆਂ ਵਿੱਚੋਂ ਮੈਨੂੰ ਬਾਹਰ ਕੱਢ ਲਿਆ। ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਵੈਰੀਆਂ ਕੋਲੋਂ ਛੁਟਕਾਰਾ ਦਿੱਤਾ। ਉਸਨੇ ਮੈਨੂੰ ਮੇਰੇ ਘਿਰਣਾ ਕਰਨ ਵਾਲਿਆਂ ਕੋਲੋਂ ਛੁਡਾਇਆ, ਕਿਉਂਕਿ ਉਹ ਮੇਰੇ ਤੋਂ ਅਧਿਕ ਸ਼ਕਤੀਸ਼ਾਲੀ ਸਨ। ਉਹਨਾਂ ਦੁੱਖ ਦੇ ਸਮੇਂ ਮੇਰੇ ਤੇ ਹਮਲਾ ਕੀਤਾ, ਪਰ ਮੇਰਾ ਬਚਾਅ ਪ੍ਰਭੂ ਸੀ। ਪ੍ਰਭੂ ਮੈਨੂੰ ਖੁੱਲੀ ਸੁਰੱਖਿਅਤ ਥਾਂ ਤੇ ਲੈ ਆਇਆ। ਉਸਨੇ ਮੈਨੂੰ ਛੁਟਕਾਰਾ ਦਿੱਤਾ, ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ। ਪ੍ਰਭੂ ਨੇ ਮੇਰੀ ਸੱਚਾਈ ਦੇ ਅਨੁਸਾਰ ਮੈਨੂੰ ਫਲ ਦਿੱਤਾ। ਮੇਰੀ ਸ਼ੁੱਧਤਾ ਦੇ ਅਨੁਸਾਰ ਉਸਨੇ ਮੈਨੂੰ ਬਦਲਾ ਦਿੱਤਾ। ਮੈਂ ਪ੍ਰਭੂ ਦੇ
ਰਾਹਾਂ ਤੇ ਚੱਲਿਆ ਹਾਂ। ਮੈਂ ਆਪਣੀ ਦੁਸ਼ਟਤਾ ਦੇ ਕਾਰਨ ਆਪਣੇ ਪਰਮੇਸ਼ਰ ਤੋਂ ਦੂਰ ਨਾ ਹੋਇਆ। ਉਸਦੇ ਸਭ ਨਿਯਮ ਮੇਰੇ ਸਾਹਮਣੇ ਸਨ। ਮੈਂ ਉਸਦੇ ਕਿਸੇ ਵਿਧੀ ਵਿਧਾਨ ਵੱਲੋਂ ਮੂੰਹ ਨਾ ਮੋੜਿਆ। ਮੈਂ ਉਸਦੇ ਸਾਹਮਣੇ ਨਿਰਦੋਸ਼ ਰਿਹਾ। ਮੈਂ ਆਪਣੇ ਆਪ ਨੂੰ ਅਪਰਾਧਾਂ ਤੋਂ ਬਚਾਈ ਰੱਖਿਆ। ਇਸ ਲਈ ਪ੍ਰਭੂ ਨੇ ਮੇਰੀ ਸੱਚਾਈ ਦੇ ਅਨੁਸਾਰ, ਉਸਨੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ। हे ਪ੍ਰਭੂ, ਦਇਆਵਾਨ ਮਨੁੱਖ ਦੇ ਨਾਲ ਤੂੰ ਵੀ ਦਇਆਵਾਨ ਹੈ, ਤੇ ਸਿੱਧੇ ਮਨੁੱਖ ਦੇ ਨਾਲ ਤੂੰ ਵੀ ਸਿੱਧਾ ਹੈ। ਸ਼ੁੱਧ ਮਨੁੱਖ ਦੇ ਨਾਲ ਤੂੰ ਵੀ ਸ਼ੁੱਧਤਾ ਨਾਲ ਪੇਸ਼ ਆਉਂਦਾ ਹੈ, ਪਰ ਉਲਟੇ ਦੇ ਨਾਲ ਤੂੰ ਵੀ ਉਲਟਾ ਹੈ। ਦੀਨਾਂ ਨੂੰ ਤੂੰ ਬਚਾਉਂਦਾ ਹੈ, ਪਰ ਹੰਕਾਰੀਆਂ ਦਾ ਤੂੰ ਸਿਰ ਨੀਵਾਂ ਕਰਦਾ ਹੈ। ਪ੍ਰਭੂ ਮੇਰਾ ਪਰਮੇਸ਼ਰ ਮੇਰੇ ਦੀਵੇ ਨੂੰ ਬਾਲਦਾ ਹੈ। ਤੂੰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ। ਮੈਂ ਤੇਰੇ ਸਹਾਰੇ ਪੂਰੀ ਫੌਜ ਨੂੰ ਹਾਰ ਦੇ ਸਕਦਾ ਹਾਂ। ਮੈਂ ਆਪਣੇ ਪਰਮੇਸ਼ਰ ਦੀ ਮਦਦ ਨਾਲ ਉਚਾਈ ਪਾਰ ਕਰ ਸਕਦਾ ਹਾਂ। ਪਰਮੇਸ਼ਰ ਦੇ ਰਾਹ ਪੂਰਨ ਹਨ, ਉਸ ਦਾ ਸ਼ਬਦ ਭਰੋਸੇਯੋਗ ਹੈ। ਉਹ ਉਹਨਾਂ ਦੀ ਢਾਲ ਹੈ ਜੋ ਉਸ ਦੀ ਸ਼ਰਨ ਆਉਂਦੇ ਹਨ। ਪ੍ਰਭੂ ਹੀ ਕੇਵਲ ਸਾਡਾ ਪਰਮੇਸ਼ਰ ਹੈ। ਪਰਮੇਸ਼ਰ ਹੀ ਕੇਵਲ ਸਾਡੀ ਚਟਾਨ ਹੈ। ਪਰਮੇਸ਼ਰ ਹੀ ਮੈਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਉਹ ਹੀ ਮੇਰੇ ਰਾਹਾਂ ਨੂੰ ਸਿੱਧਿਆਂ ਕਰਦਾ ਹੈ। ਉਹ ਮੇਰੇ ਪੈਰਾਂ ਨੂੰ ਹੈਰਨ ਦੇ ਪੈਰਾਂ ਵਾਲੀ ਤੇਜ਼ੀ ਦਿੰਦਾ ਹੈ। ਉਹ ਉਚਾਈਆਂ ਤੇ ਵੀ ਮੈਨੂੰ ਸੁਰੱਖਿਅਤ ਰੱਖਦਾ ਹੈ। ਉਹ ਮੇਰੇ ਹੱਥਾਂ ਨੂੰ ਯੁੱਧ ਕਲਾ ਸਿਖਾਉਂਦਾ ਹੈ, ਤੇ ਮੇਰੇ ਬਾਜੂ ਭਾਰੀ ਤੀਰ ਕਮਾਨ ਖਿੱਚ ਸਕਣ। हे ਪ੍ਰਭੂ, ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੱਤੀ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਸਹਾਰਾ ਦਿੱਤਾ ਹੈ। ਤੇਰੀ ਮਦਦ ਦੇ ਕਾਰਨ ਹੀ ਮੈਂ ਮਹਾਨ ਹੋਇਆ ਹਾਂ। ਤੂੰ ਮੇਰੇ ਰਾਹਾਂ ਨੂੰ ਖੁੱਲਿਆ ਕੀਤਾ ਕਿ ਮੇਰੇ ਪੈਰ ਤਿਲਕ ਨਾ ਜਾਣ। ਮੈਂ ਆਪਣੇ ਵੈਰੀਆਂ ਦਾ ਤੇ ਉਹਨਾਂ ਦੇ ਫੜੇ ਜਾਣ ਤੱਕ ਪਿੱਛਾ ਕੀਤਾ। ਮੈਂ ਉਸ ਸਮੇਂ ਤੱਕ ਵਾਪਸ ਨਾ ਮੁੜਿਆ ਜਦੋਂ ਤੱਕ ਉਹ ਨਾਸ਼ ਨਾ ਹੋ ਗਏ। ਮੈਂ ਉਹਨਾਂ ਤੇ ਇਹੋ ਜਿਹਾ ਵਾਰ ਕੀਤਾ ਕਿ ਉਹ ਫਿਰ ਉੱਠ ਨਾ ਸਕੇ। ਉਹ ਮੇਰੇ ਪੈਰਾਂ ਉੱਤੇ ਟਹਿ ਪਏ। ਤੂੰ ਮੈਨੂੰ ਯੁੱਧ ਦੇ ਲਈ ਸ਼ਕਤੀ ਦਿੱਤੀ। ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਝੁਕਾ ਦਿੱਤਾ। ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਭਜਾ ਦਿੱਤਾ। ਮੈਂ ਆਪਣੇ ਘਿਰਣਾ ਕਰਨ ਵਾਲਿਆਂ ਨੂੰ ਨਾਸ਼ ਕਰ ਦਿੱਤਾ। ਉਹ ਪੁਕਾਰ ਉੱਠੇ, ਪਰ ਉੱਥੇ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਾ ਸੀ। ਉਹਨਾਂ ਨੇ ਪ੍ਰਭੂ ਅੱਗੇ ਵੀ ਦੁਹਾਈ ਦਿੱਤੀ, ਪਰ ਉਸ ਨੇ ਉਹਨਾਂ ਦੀ ਨਾ ਸੁਣੀ। ਮੈਂ ਉਹਨਾਂ ਨੂੰ ਕੁੱਟ-ਕੁੱਟ ਕੇ ਹਵਾ ਨਾਲ ਉੱਡ ਜਾਣ ਵਾਲੀ ਮਿੱਟੀ ਦੀ ਤਰ੍ਹਾਂ ਬਣਾ ਦਿੱਤਾ। ਮੈਂ ਉਹਨਾਂ ਨੂੰ ਗਲੀਆਂ ਦੇ ਚਿੱਕੜ ਦੇ ਵਾਂਗ ਮਿੱਧਿਆ। ਤੂੰ ਮੈਨੂੰ ਵਿਦਰੋਹੀ ਲੋਕਾਂ ਦੇ ਕੋਲੋਂ ਬਚਾਇਆ। ਤੂੰ ਮੈਨੂੰ ਕੌਮਾਂ ਦਾ ਸ਼ਾਸਕ ਬਣਾਇਆ। ਉਹ ਲੋਕ ਮੇਰੀ ਪਰਜਾ ਬਣੇ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ। ਮੇਰਾ ਨਾਂ ਸੁਣਦੇ ਹੀ ਉਹਨਾਂ ਮੇਰੀ ਆਗਿਆ ਮੰਨੀ। ਵਿਦੇਸ਼ੀ ਲੋਕ ਮੇਰੇ ਅੱਗੇ ਝੁਕ ਗਏ। ਵਿਦੇਸ਼ੀਆਂ ਨੇ ਮੇਰੇ ਸਾਹਮਣੇ ਦਿਲ ਛੱਡ ਦਿੱਤਾ। ਉਹ ਕੰਬਦੇ ਹੋਏ ਆਪਣੀ ਸੁਰੱਖਿਅਤ ਥਾਵਾਂ ਤੋਂ ਬਾਹਰ ਨਿਕਲੇ। ਪ੍ਰਭੂ ਜਿਉਂਦਾ ਹੈ। ਮੇਰੇ ਰੱਖਿਅਕ ਦੀ ਮਹਿਮਾ ਹੋਏ। ਮੇਰੇ ਮੁਕਤੀਦਾਤਾ ਪਰਮੇਸ਼ਰ ਦੀ ਵਡਿਆਈ ਕਰੋ। ਉਸਨੇ ਮੇਰੀ ਖਾਤਰ ਬਦਲਾ ਲਿਆ। ਉਸਨੇ ਲੋਕਾਂ ਨੂੰ ਮੇਰੇ ਅਧੀਨ ਲਿਆ। ਉਸਨੇ ਲੋਕਾਂ ਨੂੰ ਮੇਰੇ ਅਧੀਨ ਕੀਤਾ ਹੈ। ਉਸਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਟਕਾਰਾ ਦਿੱਤਾ ਹੈ। हे ਪ੍ਰਭੂ, ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੈਨੂੰ ਉੱਚਾ ਕੀਤਾ ਹੈ। ਤੂੰ ਖਤਰਨਾਕ ਲੋਕਾਂ ਤੋਂ ਮੇਰਾ ਬਚਾਅ ਕੀਤਾ ਹੈ। ਇਸ ਲਈ ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ। ਮੈਂ ਤੇਰੀ ਹੀ ਵਡਿਆਈ ਕਰਾਂਗਾ। ਪ੍ਰਭੂ ਨੇ ਆਪਣੇ ਰਾਜਾ ਨੂੰ ਇੱਕ ਵੱਡੀ ਜਿੱਤ ਦਿੱਤੀ ਹੈ। ਉਸਨੇ ਆਪਣੇ ਚੁਣੇ ਹੋਏ ਅਰਥਾਤ ਦਾਊਦ ਅਤੇ ਉਸਦੀ ਸੰਤਾਨ ਤੇ ਆਪਣੀ ਦਇਆ ਹਮੇਸ਼ਾ ਤੱਕ ਕੀਤੀ ਹੈ। ਆਮੀਨ। ਦੇਖੋ ਕਿੰਨਾ ਫਿੱਟ ਹੁੰਦਾ, ਕਿੰਨਾ ਪਿਆਰਾ ਜ਼ਰੂਰ ਲੱਭਾ ਜ਼ਰੂਰ ਸੀਗਾ, ਪਰ ਕਿੰਨਾ ਪਿਆਰਾ ਜ਼ਰੂਰ। ਇੱਕ ਇੱਕ ਆਇਤ ਦੇ ਵਿੱਚ ਤੂੰ, ਬਸ ਤੂੰ ਕੀਤਾ, ਤੂੰ ਕੀਤਾ, ਤੂੰ ਕੀਤਾ। ਔਰ ਇਹ ਬਾਤ ਵੇ ਇੱਕ ਐਸਾ ਜ਼ਰੂਰ ਸੀ ਦਾਊਦ ਜਿਸਲੇ ਜੰਗ ਲਈ ਨਿਕਲਦਾ ਸੀ ਤੇ ਆਪਣੀ ਸਾਰੀ ਫੌਜ ਦੇ ਸਾਹਮਣੇ ਹੀ ਗਾਉਂਦਾ ਸੀ। ਔਰ ਫੌਜ ਸਾਰੀ ਜਿਹੜੀ ਸੀਗੀ ਉਹ ਇਸ ਜ਼ਬੂਰ ਦੇ ਨਾਲ ਪ੍ਰਭੂ ਦੀ ਵਡਿਆਈ ਕਰਦੀ ਸੀ। ਔਰ ਥਿੰਕ ਅਬਾਊਟ ਇਟ ਕਿ ਇੱਕ ਫੌਜੀ ਉਸਨੇ ਇਹ ਜ਼ਬੂਰ ਗਾਇਆ ਦਾਊਦ ਦੇ ਨਾਲ, ਔਰ ਹੁਣ ਜੰਗ ਲਈ ਨਿਕਲਣ ਲੱਗਾ। ਤੁਸੀਂ ਇਹ ਦੇਖੋ ਕਿ ਉਹ ਆਪਣੇ ਆਪ ਦੇ ਵਿੱਚ ਉਸ ਵੇਲੇ ਕਿੱਦਾਂ ਮਹਿਸੂਸ ਕਰ ਰਿਹਾ। ਉਹ ਆਪਣੇ ਆਪ ਨੂੰ 20 ਫੁੱਟ ਉੱਚਾ ਤੇ 10 ਫੁੱਟ ਚੌੜਾ ਮਹਿਸੂਸ ਕਰ ਰਿਹਾ। ਉਹਦੀਆਂ ਬਾਹਾਂ ਦੇ ਵਿੱਚ ਅਜੀਬ ਜ਼ੋਰ। ਉਹ ਕਾਹਲੀ ਦੇ ਵਿੱਚ ਇਸ ਕੰਮ ਨੂੰ ਖਤਮ ਕੀਤਾ ਜਾਏ। ਸਾਊਲ ਵਾਂਗੂ ਨਹੀਂ ਕਿ ਲਿਆ ਬੱਕਰੀ ਲਿਆਓ, ਫਟਾਫਟ ਬਲੀ ਦਿਓ ਤੇ ਚੱਲੀਏ। ਸਾਊਲ ਨੂੰ ਬੁਲਾਓ, ਦੁਆ ਕਰ, ਸੈਮੂਅਲ ਨੂੰ ਬੁਲਾਓ, ਦੁਆ ਕਰੀਏ, ਚੱਲੀਏ।
प्रभु की प्रॉपर वडियाई होवे। ये सारे उस समय के जबूर है जिसलिए प्रभु उसने जिता दे, जिसलिए प्रभु उसनु बरकतां दे रहा। गोल्डन टाइम है, गोल्डन टाइम। दो जबूर तुसी एक जबूर लिख लो, 144 जबूर भी इत्थे फिट हुंदा, तुसी आप मेरे नाल चैप्टर हुण 9 दे विच पन्ना वापस आ जाओ। 457 पन्ना। प्रभु दे बंदे नूं बेशक उसने किथे तक किथे बिठा दिता, लेकिन वो उस चीज नूं भुलिया नहीं तो उसने अपने मित्र दे नाल वादा कीता सी। सो आओ 9वें चैप्टर देखिए। मैं पढ़ देवां जी। हाँ जी। दाऊद अते मफीबोशत। एक दिन दाऊद ने पूछा कि साउल दे टब्बर विचों पिछे कोई बचा है? मैं अपने मित्र जोनाथान दे कारण उस उत्ते दया करनी चाहुंदा हां। साउल दे घर एक नौकर सीबा नां दा सी। सीबा नूं राजा दाऊद कोल सद्दਿਆ ਗਿਆ ते राजा ने उस तो पूछा कि तू सीबा है? उसने उत्तर दिता, जी मैं तुहाडा दास सीबा ही हां। राजा दाऊद ने सीबा तो पूछा कि साउल दे टब्बर विचों पिछे कोई बचा है जिस उत्ते मैं परमेश्वर वालों दया करा? सीबा ने उत्तर दिता, जोनाथान दा एक पुत्र पिछे बचा जो पैरां तों लंघा है। वो किथे है? राजा ने पूछा। सीबा ने उत्तर दिता, वो लोदबार नगर विच अमीएल दे पुत्र मकीर दे घर विच है। सो दाऊद ने लोदबार विच अमीएल दे घरों उसनू लैण लई आदमी घल्ले। मफीबोशत साउल दे पोतरे अते जोनाथान दा पुत्र ने दाऊद कोल पहुंच के उसदे चरनी पै के प्रणाम कीता। तां दाऊद ने कहा, मफीबोशत, अते उसने उत्तर दिता, तेरा दास हाजिर है। दाऊद ने उसनू कहा, तू किसे चीज दी चिंता ना कर, मैं तेरे उत्ते तेरे पिता जोनाथान दे कारण दया करांगा। मैं तेरे दादे साउल दी सारी जमीन तेनू दे देवांगा अते तू हर रोज खाना मेरे खाने दी मेज तो खावेंगा। मफीबोशत ने उत्तर दिता, तेरा ए दास तां एक कुत्ते दे बराबर भी नहीं है, फिर भी तू मेरे नाल इन्ना भला बर्ताव कर रहा है। फिर दाऊद ने साउल दे दास सीबा नू सद के कहा, मैं तेरे मालक अते उसदे टब्बर दी सारी जायदाद उसदे पोतरे नू दे रहा हां। इसलिए तू तेरे पुत्र अते तेरे नौकर उस दी जमीन दी वाही करोगे अते उस तो पैदा हुई फसल साउल दे टब्बर नू खाण लई देवोगे। पर मफीबोशत हमेशा मेरे खाने दी मेज तो खावेगा। सीबा दे 15 पुत्र अते 20 नौकर सन। सीबा ने दाऊद ने उत्तर दिता, तेरा ए दास तेरे कहे अनुसार सब कुछ करेगा। सो मफीबोशत राजा दी मेज ते राजा दे अपने पुत्रां वांग बैठ के भोजन करता सी। मफीबोशत दा एक छोटा जिहा पुत्र सी जिस दा नाम मीका सी। सीबा दे टब्बर दे सब लोग मफीबोशत दे सेवक सन। मफीबोशत दोहां पैरां तो लंगा सी, पर वो यरूशलेम विच रहिंदा सी अते राजा दी मेज तो भोजन करदा सी। आमीन। कितना बड़ा मान दिता उसने, मित्रता भुली नहीं। उसने कहा सी मैं तेरे खानदान ते, वो जान गया सीगा, जोनाथन जान गया, उन्हें पता सीगा। उसने कहा प्रभु ने तेनों राजा होने दे विच चुन लिया, और उसनू पता सी कि साडे बाप ने जिहड़े काम फड़े हुआ उन्हें आप ही सानू लवा देना सारे। उसने कहा जद तू राजा बन तो मेरे परिवार में बंद करेंगे। और जिस वेले दाऊद राजा बनिया, ये जिहड़ी एक चीज सीगी, जिहड़े बाकी दे हुण साउल दे चेले बाबके सीगे, उन्होंने जिसले ये सब कुछ देखा ते उन्हां दे दिल, उन्हां दे मनां दे उत्ते दाऊद छा गया। ये जित्तां दा समा, प्रभु उसनू राजां दे उत्ते जित्तां दे रिहा। प्रभु ने उसनू सारी कौम दे मनां दे उत्ते जित दित्ती हो।
और दाऊद ਨੂੰ दाऊद ਦੀਆਂ ਕੰਮਾਂ ਨੇ ਪ੍ਰਭੂ ਦਾ ਦਿਲ ਜਿੱਤਿਆ ਹੈ। ਗੋਲਡਨ ਟਾਈਮ ਦੇ ਵਿੱਚ ਜੀ ਰਿਹਾ ਹੈ, ਬੈਸਟ ਟਾਈਮ दाऊद ਦਾ। और जिसले प्रभु के वचन दे विच ये चीज लिखी जाती है कि जो प्रभु के आसरे दे विच और उसके खंभां दे थले चल रहे हैं, उन्होंने किसी चीज की घाट नहीं, और ये बिल्कुल सही। जो प्रभु के उत्ते भरोसा रखते हैं उन्होंने बरकत मिलती है। और असीं वचन दे विच इन्हां सारियां चीज़ां नूं देखते हैं, किस तरह प्रभु ने अपने बंदे नूं उठाया, कितना प्रभु ने उसनूं बरकत दी, और प्रभु तो उसनूं कितना प्यार मिलता गया। सीक्रेट किया, सीक्रेट यह है कि दाऊद ने प्रभु नूं प्यार किया और आज्ञाकारी प्रभु की उस वेले हुंदी है जिसले असीं उसनूं प्यार करते। तो फिर ये सारे जिहड़े जबूर आ साडी जिंदगी दे विच जिसलिए असीं ओह रौला पाउने ना कि मैं आ वर्स अपने लिए क्लेम कर लई, मैं आ जबूर अपने लिए क्लेम कर लिया। क्लेम करन दे नाल नहीं कुछ, ये कोई जादू की किताब नहीं गी, ये जादूगरी नहीं, ये जिंदगी है, ये जिंदगी। प्रभु नूं प्यार करने वाला जिहड़ा प्रभु नूं प्यार करदा बरकत होंदी है। और फिर उसनूं इन्हां बरकतां दे नाल, धरती दीयां बरकतां दे नाल इन्हां उहदा ध्यान भी नहीं जांदा, क्योंकि ओहदी अख उस चीज के उत्ते लगी हुंदी है, उस बंदे दी जिहड़ी ये धरती नहीं दे सकदी। ये धरती नहीं वो चीज़ां दे सकती। और सानू प्रभु के प्यार दे विच बनन दी ज़्यादा तो ज़्यादा लोड़ भी है, क्योंकि जे असीं नहीं बनांगे तो धोखा बहुत ही दूर नहीं है। वो हमेशा खड़ा रहिंदा, मुंह खोल के खड़ा। निक्कियां निक्कियां चीज़ां तो शुरू करो। असीं निक्कियां निक्कियां चीज़ां नूं जिसले प्रभु दे दी आज्ञाकारी करन लगदे हां, ये शब्द मैं नहीं कहना, हर एक चीज़ का जवाब देने की लोड़ नहीं। प्रभु मैं तेरे ते छड्ड। मगन होने का मतलब यह हुंदा कि असीं जिहदे गाउण दे विच मगन होए हुंदे हां, जिहदे विच मगन होए हुंदे हां, वो सारियां चीज़ां संभालदे हां। जिहड़े सारियां चीज़ां मैं संभाल रहा हुंदा तो मैं प्रभु दे विच मगन नहीं हो सकदा। प्रभु की हजूरी जिहड़ी ਉਹਦੀ ਹਜ਼ੂਰੀ ਦੇ ਵਿੱਚ ਬਹਿਣਾ, ਚੁੱਪਚਾਪ ਬਹਿਣਾ, ਉਸਨੂੰ ਸੁਣਨਾ, ਉਸਨੂੰ ਸੁਣਨਾ ਕੀ ਕਹਿੰਦਾ ਪਿਆ। ਇਸ ਪ੍ਰੈਕਟਿਸ ਕਦੀ ਸੋਚੋ, ਕਦੀ ਬੈਠੋ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪ੍ਰਭੂ ਦੇ ਯਿਸੂ ਦੇ ਲਹੂ ਦੇ ਵਿੱਚ ਛੁਪਾ ਕੇ, ਯਿਸੂ ਦੇ नाम ਦੇ ਵਿੱਚ ਛੁਪਾ ਕੇ, ਯਿਸੂ ਦੀ ਕਿਰਪਾ ਦੇ ਵਿੱਚ ਛੁਪਾ ਕੇ, ਉਹਦੀ ਹਜ਼ੂਰੀ ਦੇ ਵਿੱਚ ਬੈਠ ਕੇ प्रभु बोल, तेरा बंदा सुन। फिर कान खोलने शुरू हो जाते, आनंद आना शुरू हो। नहीं तो सुनिया सुनाइया गल्लां करी जांदे,
ਜਿਹਨੇ ਸਾਨੂੰ ਸੁਣਾਈਆਂ ਉਹਨੇ ਕਿਸੇ ਹੋਰ ਤੋਂ ਸੁਣੀਆਂ। ਉਹੀ ਪੁਰਾਣੀਆਂ ਬਾਸੀਆਂ ਗੱਲਾਂ ਕਰੀ ਜਾਂਦੀਆਂ ਬਈਆਂ ਗੱਲ, ਜਿਹਦੇ ਲਈ ਕਿਹਾ ਗਿਆ ਨਵਾਂ ਗੀਤ ਗਾਓ, ਕਿ ਉਹ ਸਾਡੇ ਦਿਲ ਦੇ ਨਾਲ ਗੱਲ ਨਹੀਂ ਕਰਦੀ, ਨਵਾਂਪਨ ਨਹੀਂ ਦਿੰਦਾ। ਸੈਟਿਸਫਾਈ ਕਿ ਅਸੀਂ ਹੋ ਜਾਂਦੇ ਨੇ ਕਿਸੇ ਜਗ੍ਹਾ ਤੇ ਕਿ ਦਿਸ ਇਜ਼ ਇਨਫ, ਕਿ ਆਪਾਂ ਉੱਥੇ ਆਪਣੇ ਆਪ ਨੂੰ ਪਟ ਲੈਂਦੇ। ਨੈਵਰ ਸੈਟਿਸਫਾਈਡ, ਨੈਵਰ, ਕਿਉਂਕਿ ਹਮੇਸ਼ਾ ਹੋਰ ਆ ਔਰ ਫਿਰ ਹੋਰ। ਉਸ ਹੋਰ ਨੂੰ ਲੱਭੋ। ਜਿਸ ਨੇ ਕਿਹਾ ਸਵਰਗ ਤੇ ਲੱਗੀ ਉਹ ਪੌੜੀ ਮੈਂ, ਜਿਹਦੇ ਤੇ ਫਰਿਸ਼ਤੇ ਚੜ੍ਹਦੇ ਉਤਰਦੇ ਤੁਸੀਂ ਦੇਖੋਗੇ। ਸਵਰਗ ਦੀ ਪੌੜੀ ਤੇ ਚੜ੍ਹਨਾ ਸ਼ੁਰੂ ਕਰੀਏ। ਬਰਕਤ ਸਵਰਗ ਦੀ ਪੌੜੀ ਤੇ ਚੜ੍ਹਨ ਦੇ ਨਾਲ। ਪ੍ਰਭੂ ਜੀ ਮੈਂ ਤੇਰਾ ਬਹੁਤ ਸ਼ੁਕਰ ਕਰਦਾ ਇਸ ਸਮੇਂ ਦੇ ਲਈ, ਤੇਰੇ ਦਾਸ ਦਾਊਦ ਦੇ ਜ਼ਿੰਦਗੀ ਦੇ ਵਿੱਚੋਂ ਪ੍ਰਭੂ ਜੀ ਅਸੀਂ ਸਿੱਖਦੇ ਪਏ ਹਾਂ। ਕਿਆ ਉਸਦੇ ਪਿਆਰੇ ਗੀਤ ਆ ਪ੍ਰਭੂ ਜੀ, ਔਰ ਹਰ ਤੁਕ ਦੇ ਵਿੱਚ ਉਸਦੀ ਆਪਣੀ ਜ਼ਿੰਦਗੀ। ਹਰ ਗੀਤ ਪ੍ਰਭੂ ਜੀ ਉਸਦੀ ਟੈਸਟੀਮੋਨੀ। ਪਿਆਰੇ ਪ੍ਰਭੂ ਸਾਡੀਆਂ ਵੀ ਅੱਖਾਂ ਖੋਲ, ਸਾਡੇ ਵੀ ਕੰਨ ਖੋਲ, ਸਾਨੂੰ ਹੁਣ ਅਗਲੀ ਉਚਾਈ ਤੇ ਲੈ ਕੇ ਜਾ। ताकि प्रभु जी ਅਸੀਂ ਤੇਰੀ ਹਜ਼ੂਰੀ ਦੇ ਵਿੱਚ ਹਰ ਦਿਨ ਵਧੀਏ, ਤੇਰੇ ਪਿਆਰ ਦੇ ਵਿੱਚ ਹਰ ਦਿਨ। ਪਿਆਰੇ ਪ੍ਰਭੂ ਆਪਣੇ ਬੰਦਿਆਂ ਦੇ ਨਾਲ ਤੂੰ ਬਣਿਆ ਰਹਿ, ਆਪਣੇ ਬੱਚਿਆਂ ਦੇ ਨਾਲ ਤੂੰ ਬਣਿਆ ਰਹਿ, ਆਪਣੀ ਰਹਿਮ ਦੇ ਨਾਲ ਤੂੰ ਇਹਨਾਂ ਨੂੰ ਸੰਭਾਲ, ਆਪਣੀਆਂ ਬਾਹਾਂ ਦੀ ਰਾਖੀ ਦੇ ਵਿੱਚ ਇਹਨਾਂ ਨੂੰ ਰੱਖ, ਤੰਦਰੁਸਤੀ ਦਾ ਦਾਨ ਦੇ। ਇੱਕ ਵਾਰ ਫਿਰ ਆਪਣੀ ਭੈਣ ਨੀਤੂ ਨੂੰ ਤੇਰੇ ਚਰਨਾਂ ਦੇ ਵਿੱਚ ਲੈ ਕੇ ਆਉਣੀ। ਤੇਰਾ ਸ਼ੁਕਰ ਹੈ ਪ੍ਰਭੂ ਜੀ, ਤੇਰੀ ਬੰਦੀ ਦਾ ਹੱਥ ਤੇਰੇ ਹੱਥ ਦੇ ਵਿੱਚ ਆ, ਤੂੰ ਇਸ ਨੂੰ ਆਪਣੀ ਬਰਕਤ ਦੇ, ਇਸ ਦੇ ਨਾਲ ਤੂੰ ਇਸ ਦੇ ਨਾਲ ਤੂੰ ਖੜਾ ਹੋ। ਮਾਨਵ ਦੇ ਉੱਤੇ ਆਪਣੀ ਕਿਰਪਾ ਪਾ, ਅੰਮ੍ਰਿਤ ਦੇ ਉੱਤੇ ਆਪਣੀ ਕਿਰਪਾ ਪਾ, ਰਾਜਨ ਦੇ ਘਰਾਣੇ ਤੇ ਆਪਣੀ ਕਿਰਪਾ ਪਾ, ਸਾਡਿਆਂ ਬੱਚਿਆਂ ਤੇ ਜੋ ਯੋਗ ਹੋ ਚੁੱਕੇ ਆ ਉਹਨਾਂ ਦੇ ਉੱਤੇ ਤੂੰ ਆਪਣੀ ਕਿਰਪਾ ਪਾ। ਜੋ ਬੱਚੇ ਪ੍ਰਭੂ ਜੀ ਦੁੱਖ ਦੇ ਵਿੱਚ ਦੀ ਲੰਘਦੇ ਪਏ, ਮੈਂ ਪ੍ਰਭੂ ਜੀ ਇਸ ਵੇਲੇ ਯਾਦ ਕਰਦਾ ਉਹਨਾਂ ਬੱਚਿਆਂ ਨੂੰ ਖੁਦਾਵੰਦ ਜੋ ਔਖੇ ਔਰ ਭਾਰੇ ਸਮੇਂ ਦੇ ਵਿੱਚ ਦੀ ਲੰਘਦੇ ਪਏ, ਤੂੰ ਉਹਨਾਂ ਦੇ ਉੱਤੇ ਆਪਣੀ ਕਿਰਪਾ ਕਰ, ਦਇਆ। ਤੇਰੀ ਸ਼ਾਂਤੀ ਸਾਡੇ ਨਾਲ ਬਣੀ ਰਹੇ, ਤੇਰਾ ਆਰਾਮ ਸਾਡੇ ਨਾਲ ਬਣਿਆ ਰਹੇ, ਤੇਰਾ ਪਿਆਰ ਸਾਡੇ ਨਾਲ ਬਣਿਆ ਰਹੇ, ਤੇਰੀ ਹਜ਼ੂਰੀ ਸਾਡੇ ਨਾਲ ਬਣੀ ਰਹੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਹਾਂ, ਔਰ ਸਾਰੇ ਭੈਣ ਭਰਾ bless you all, bless you all। ਕੱਲ ਨੂੰ ਦਾਊਦ ਦੀਆਂ ਹੋਰ ਬਰਕਤਾਂ ਦੇਖਾਂਗੇ। ਖੁਦਾਵੰਦ ਨੇ ਜੋ ਆਪਣੇ ਬੰਦੇ ਨੂੰ ਬਰਕਤਾਂ ਦਿੱਤੀਆਂ, ਜੋ ਭਰੋਸਾ ਰੱਖਣ ਵਾਲਿਆਂ ਨੂੰ ਬਰਕਤਾਂ ਮਿਲਦੀਆਂ, ਉਹਨਾਂ ਨੂੰ ਕੱਲ ਨੂੰ ਅਸੀਂ ਹੋਰ ਗਹਿਰਾਈ ਦੇ ਵਿੱਚ ਦੇਖਾਂਗੇ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਭ ਦੇ ਨਾਲ। Bless you।